ਧੰਨ ਵਾਹਿਗੁਰੂ ਸਾਹਿਬ ਜੀ। ਗੁਰ ਬਿਨ ਘੂਰ ਅੰਧਾਰ, ਗੁਰੂ ਬਿਨ ਸਮਝ ਨ ਆਵੈ। ਗੁਰ ਬਿਨ ਸੁਰਤ ਨ ਸਿਧ, ਗੁਰੂ ਬਿਨ ਮੁਕਤ ਨ ਪਾਵੈ। ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ। ਗੁਰ ਕਰ ਸ਼ਬਦ ਸਪੁਨ, ਅਗਨ ਘਟੈ ਸਭ ਤੀਰੈ। ਗੁਰ ਨਾਇਣ ਬੈਣ ਗੁਰ ਗੁਰ ਕਰੋ, ਗੁਰੂ ਸਤ ਕਵ ਨਲ ਕਹੈ। ਜਿਨ ਗੁਰੂ ਨਾ ਦੇਖਿਓ, ਨਹਿ ਕੀਓ ਤੈ ਅਕਿਆਥ ਸੰਸਾਰ ਮੈਂ। ਇਕ ਓੰਕਾਰ ਸਤਿਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ। ਅਜੂਨੀ ਸੈਭੰ ਗੁਰ ਪ੍ਰਸਾਦ। ਏ ਮਨ ਪਿਆਰਿਆ, ਤੂੰ ਸਦਾ ਸੱਚ ਸੰਭਾਲੇ। ਏ ਕੁਟੰਬ ਤੂੰ ਜੇ ਦੇਖਦਾ, ਚਲੈ ਨਾਹੀਂ ਤੇਰੇ ਨਾਲੇ। ਸਾਥ ਤੇਰੇ ਚੱਲੈ ਨਾਹੀਂ, ਤਿਸ ਨਾਲ ਕਿਉਂ ਚਿਤ ਲਾਈਐ। ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪਛੋਤਾਈਐ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ, ਹੋਵੈ ਤੇਰੇ ਨਾਲੇ। ਕਹਿ ਨਾਨਕ ਮਨ ਪਿਆਰੇ, ਤੂੰ ਸਦਾ ਸੱਚ ਸੰਭਾਲੇ। ਪਰਮ ਸਨਮਾਨਯੋਗ ਧੰਨ ਧੰਨ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ, ਸ਼ਾਮਾਂ ਵੇਲੇ ਦੇ ਗੁਰਮਤਿ ਸਮਾਗਮ ਵਿੱਚ ਆਪਾਂ ਸਾਰੇ ਹਾਜ਼ਰੀ ਭਰ ਰਹੇ ਹਾਂ। ਮੇਰੇ ਤੋਂ ਪਹਿਲਾਂ ਆਪ ਜੀ ਨੇ ਸਤਿਕਾਰਯੋਗ ਭਾਈ ਸਾਹਿਬ ਹੁਣਾਂ ਦੇ ਜਥੇ ਪਾਸੋਂ ਬਹੁਤ ਪਿਆਰ ਨਾਲ ਸਤਿਗੁਰ ਦੀ ਪਾਵਨ ਬਾਣੀ ਦਾ ਕੀਰਤਨ ਸਰਵਣ ਕੀਤਾ। ਆਓ ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਤਿੰਨਾਂ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਆਨੰਦ ਸਾਹਿਬ ਦੀ ਬਾਣੀ ਜੋ ਹੈ 11 ਨੰਬਰ ਪੌੜੀ 917 ਨੰਬਰ ਅੰਕ 'ਤੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਹ ਪਾਵਨ ਪੌੜੀ ਸੁਭਾਇਮਾਨ ਹੈ। ਜਿਤਨੇ ਵੀ ਗੁਰੂ ਪਿਆਰੇ ਗੁਰੂ ਦੀ ਗੋਦ ਵਿੱਚ ਬੈਠੇ ਹੋ ਜਾਂ ਲਾਈਵ ਟੀਵੀ ਇੰਟਰਨੈਟ ਮਾਧਿਅਮ ਰਾਹੀਂ ਆਪਣੇ ਘਰਾਂ ਵਿੱਚ ਬੈਠੇ ਸਰਵਣ ਕਰ ਰਹੇ ਹੋ, ਬੜੇ ਅਦਬ ਨਾਲ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਗੁਰੂ ਅਮਰਦਾਸ ਮਹਾਰਾਜ ਜੀ ਨੇ ਇਸ ਪਾਵਨ ਪੌੜੀ ਵਿੱਚ ਕੀ ਉਪਦੇਸ਼ ਬਖਸ਼ਿਸ਼ ਕੀਤਾ ਹੈ, ਕੀ ਸਿੱਖਿਆ ਦਿੱਤੀ ਹੈ। ਵੈਸੇ ਤਾਂ ਦੁਨੀਆ ਦਾ ਹਰ ਗਿਆਨ ਇਨਸਾਨ ਦੇ ਮਨ ਨਾਲ ਸੰਬੰਧਿਤ ਹੈ। ਤੁਸੀਂ ਕੋਈ ਵੀ ਗੱਲ ਕਿਸੇ ਨੂੰ ਸਮਝਾਉਣੀ ਹੈ ਅਤੇ ਉਹ ਮਨ ਦੁਆਰਾ ਹੀ ਸਿੱਖੀ ਜਾ ਸਕਦੀ ਹੈ। ਇੱਕੋ ਹੀ ਚੀਜ਼ ਹੈ ਜਿਹਦੇ ਵਿੱਚ ਤਬਦੀਲੀ ਆਉਂਦੀ ਹੈ, ਜਿਸ ਨੂੰ ਆਪਾਂ ਬਾਣੀ ਵਿੱਚ ਬੜੇ ਪਿਆਰ ਨਾਲ ਸ਼ਬਦ, ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਦੇ ਹਾਂ ਤਾਂ ਸਾਨੂੰ ਸੈਂਕੜੇ ਇੱਦਾਂ ਦੀਆਂ ਉਦਾਹਰਨਾਂ ਗੁਰਬਾਣੀ ਵਿੱਚੋਂ ਮਿਲ ਜਾਂਦੀਆਂ ਨੇ, ਜਿੱਥੇ ਸਤਿਗੁਰ ਨੇ ਮਨ ਨੂੰ ਘੜਨ ਦੀ ਗੱਲ, ਮਨ ਨੂੰ ਨਵੇਂ ਸਿਰਿਓਂ ਤਿਆਰ ਕਰਨ ਦੀ ਗੱਲ ਬਾਣੀ ਵਿੱਚ ਬੜੇ ਪਿਆਰ ਨਾਲ ਕੀਤੀ ਹੈ।
ਜਦੋਂ ਅਸੀਂ ਬੜੇ ਧਿਆਨ ਨਾਲ ਸੁਰਤ ਟਿਕਾ ਕੇ ਆਪਣੇ ਸਤਿਗੁਰ ਦੀ ਵਿਚਾਰ ਨੂੰ ਸਮਝਣ ਦਾ ਯਤਨ ਕਰਦੇ ਹਾਂ, ਬੜੀਆਂ ਜੀਵਨ ਦੀਆਂ ਕੁੰਡੀਆਂ ਖੁੱਲ੍ਹਦੀਆਂ ਨੇ, ਮਨੁੱਖ ਨੂੰ ਜ਼ਿੰਦਗੀ ਜਿਉਣ ਦਾ ਪਤਾ ਲੱਗਦਾ। ਜਿਵੇਂ ਤਨ ਦੀਆਂ ਬਿਮਾਰੀਆਂ ਹੋਰ ਨੇ, ਮਨ ਦੀਆਂ ਬਿਮਾਰੀਆਂ ਹੋਰ ਨੇ, ਇੱਦਾਂ ਹੀ ਤਵੱਜੋ ਦੇ ਕੇ ਸੁਣਿਓ ਤਾਂ ਕਿ ਗੱਲ ਸਮਝ ਪੈ ਜਾਏ। ਇੱਦਾਂ ਜਦੋਂ ਕੁਟੰਬ ਸ਼ਬਦ ਆਉਂਦਾ ਹੈ, ਕੁਟੰਬ ਦਾ ਅਰਥ ਹੈ ਪਰਿਵਾਰ। ਕੁਝ ਰਿਸ਼ਤੇ ਆ ਸਾਡੇ ਜਿਹੜੇ ਸਾਡੇ ਸਰੀਰ ਨਾਲ ਸੰਬੰਧਿਤ ਨੇ, ਜਿਵੇਂ ਸਾਡੀ ਮਾਤਾ ਹੈ, ਪਿਤਾ ਹੈ, ਭੈਣ ਭਰਾ ਹੁੰਦੇ ਨੇ, ਤਾਏ ਚਾਚੇ ਹੁੰਦੇ ਨੇ, ਇਹ ਸਾਡੇ ਤਨ ਦੇ ਰਿਸ਼ਤੇ ਨੇ। ਪਰ ਕੁਝ ਰਿਸ਼ਤੇ ਨੇ ਜਿਹੜੇ ਸਾਡੇ ਮਨ ਦੇ ਨੇ। ਤਨ ਦੇ ਰਿਸ਼ਤੇ ਸਾਡੇ ਸਾਰਿਆਂ ਦੇ ਅਲੱਗ-ਅਲੱਗ ਨੇ, ਮਾਤਾ ਦਾ ਨਾਮ ਅਲੱਗ ਹੈ, ਪਿਤਾ ਦਾ ਨਾਮ ਅਲੱਗ ਹੈ, ਭੈਣ ਭਰਾ ਅਲੱਗ ਨੇ ਸਾਡੇ। ਪਰ ਜਿਹੜਾ ਮਨ ਦਾ ਕੁਟੰਬ ਹੈ, ਮਨ ਦੀ ਫੈਮਿਲੀ, ਇਹ ਲਗਭਗ ਸਾਰਿਆਂ ਦੀ ਇੱਕੋ ਹੀ ਹੈ। ਜਦੋਂ ਬਾਣੀ 'ਚ ਆਖਿਆ ਏਕ ਪਿਤਾ, ਸਾਰੇ ਬੋਲੋ ਏਕ ਪਿਤਾ ਏਕ ਸਕੇ ਹਮ। ਜੇ ਤੁਹਾਡਾ ਬੱਚਾ ਇੱਥੋਂ ਦਾ ਜੰਮਪਲ ਜਾਂ ਗੁਰਦੁਆਰੇ ਆਏ, ਸਾਡਾ ਬੱਚਾ ਸਾਨੂੰ ਸਵਾਲ ਕਰੇ, ਮਾਂ ਸਾਡੇ ਸੰਸਾਰ ਤੇ ਮਾਤਾ ਪਿਤਾ ਸਾਰਿਆਂ ਦੇ ਅਲੱਗ-ਅਲੱਗ ਨੇ, ਪਰ ਬਾਣੀ 'ਚ ਲਿਖਿਆ ਏਕ ਪਿਤਾ ਏਕ ਸਕੇ ਹਮ ਬਾਰਕ। ਅਸੀਂ ਕਿਵੇਂ ਇੱਕ ਉਸ ਪਿਓ ਦੇ ਪੁੱਤਰ ਹੋਏ? ਉੱਥੇ ਗੱਲ ਆਏਗੀ ਮਨੁੱਖ ਦੇ ਇਨਸਾਨੀ ਜੀਵਨ ਦੇ ਅੰਦਰ ਦੀ। ਅੰਦਰੂਨੀ ਤੌਰ 'ਤੇ ਅਸੀਂ ਸਾਰੇ ਇੱਕ ਪਿਓ ਦੇ ਪੁੱਤਰ ਹਾਂ, ਉੱਥੇ ਕੋਈ ਫਰਕ ਨਹੀਂ ਹੈ। ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਰੀ ਦੁਨੀਆ ਵਿੱਚ ਇਹ ਵਿਲੱਖਣਤਾ ਹੈ। ਕਦੀ ਸੋਚਿਆ ਜਦੋਂ ਭਾਈ ਗੁਰਦਾਸ ਜੀ ਇਹ ਗੱਲ ਕਹਿੰਦੇ ਨੇ, ਜਾਹਰ ਪੀਰ ਜਗਤ ਗੁਰ ਬਾਬਾ। ਭਾਈ ਗੁਰਦਾਸ ਜੀ ਕਹਿੰਦੇ ਨੇ ਇਹ ਜਗਤ ਦਾ ਬਾਬਾ ਹੈ। ਕਿਸੇ ਹੋਰ ਗ੍ਰੰਥ ਬਾਰੇ ਵੀ ਇਹ ਜਾਂ ਕਿਸੇ ਹੋਰ ਗੁਰੂ ਬਾਰੇ ਵੀ ਇਹ ਸ਼ਬਦ ਸੁਣਨ ਨੂੰ ਤੁਹਾਨੂੰ ਮਿਲਦੇ ਨੇ ਵੀ ਪੂਰੀ ਦੁਨੀਆ ਦਾ ਬਾਬਾ ਕੋਈ ਲਿਖਿਆ ਕਿਤੇ ਮਿਲਦਾ ਹੋਵੇ। ਕਾਰਨ ਕੀ ਸੀ? ਕਿਉਂਕਿ ਸਾਡੇ ਬਾਬੇ ਨੇ ਇਨਸਾਨ ਦੇ ਮਨ ਦੀ ਗੱਲ ਕੀਤੀ, ਤੇ ਮਨ ਦੁਨੀਆ ਦੇ ਹਰ ਮਨੁੱਖ ਦੇ ਕੋਲ ਹੈ, ਭਾਵੇਂ ਉਹ ਕਾਲਾ ਹੈ, ਭਾਵੇਂ ਗੋਰਾ ਹੈ, ਭਾਵੇਂ ਜੈਨੀ ਹੈ, ਭਾਵੇਂ ਬੋਧੀ ਹੈ, ਤੇ ਭਾਵੇਂ ਪਾਰਸੀ ਹੈ। ਇਹੋ ਵਜ੍ਹਾ ਸੀ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਾਣੀ ਦਰਜ ਕੀਤੀ, ਇਹ ਨਹੀਂ ਵੇਖਿਆ ਗਿਆ ਕਿ ਕੋਈ 11ਵੀਂ ਸਦੀ ਦੇ ਵਿੱਚ ਸ਼ੇਖ ਫਰੀਦ ਜੀ ਪੈਦਾ ਹੋਏ ਨੇ, ਉਹਨਾਂ ਦੀ ਵਿਚਾਰਧਾਰਾ ਨੂੰ ਵੀ ਅੰਕਿਤ ਕਰ ਦਿੱਤਾ। ਇਹ ਨਹੀਂ ਵੇਖਿਆ ਗਿਆ ਕਿ ਤੂੰ ਕਿਹੜੇ ਮਜ਼ਹਬ ਨਾਲ ਸੰਬੰਧ ਰੱਖਦਾ, ਤੂੰ ਤੇਰੀ ਕਿਹੜੀ ਕੁੱਲ ਹੈ, ਤੇਰੀ ਕਿਹੜੀ ਜਾਤ ਹੈ। ਗੱਲ ਵਿਚਾਰਧਾਰਾ ਦੀ ਸੀ। ਐਡਾ ਕੀਮਤੀ ਖਜ਼ਾਨਾ ਹੈ ਸਾਡੇ ਕੋਲ, ਜਿਹੜਾ ਅਸੀਂ ਇੱਕ ਥਾਂ 'ਤੇ ਇਕੱਠਾ ਕੀਤਾ, ਜਿਹਨੂੰ ਅਸੀਂ ਨਮਸਕਾਰ ਕਰਦੇ ਹਾਂ। ਹੁਣ ਗੁਰੂ ਅਮਰਦਾਸ ਮਹਾਰਾਜ ਜੀ ਦੀ ਪਾਵਨ ਪੌੜੀ ਦੀ ਵਿਚਾਰ ਸਮਝਣ ਤੋਂ ਪਹਿਲਾਂ ਇੱਕ ਵਾਰ ਸਾਰੀ ਸੰਗਤ ਨੂੰ ਬੇਨਤੀ ਹੈ, ਬੜੇ ਪਿਆਰ ਨਾਲ ਇਹਨਾਂ ਤੁਕਾਂ ਦਾ ਪਾਠ ਕਰੋ ਅਤੇ ਆਪਣੇ ਮਨ ਨੂੰ ਨਾਲ ਨਾਲ ਤੋਰਨ ਦਾ ਯਤਨ ਕਰਿਓ। ਜਿਵੇਂ ਸਾਡਾ ਤਨ ਤੁਰਦਾ ਹੈ ਨਾ, ਮਨ ਵੀ ਤੁਰਦਾ ਹੈ। ਮਨ ਦੀ ਬੜੀ ਤੇਜ਼ ਰਫ਼ਤਾਰ ਹੈ। ਇਹਨੂੰ ਬਾਣੀ 'ਚ ਇੰਝ ਲਿਖਿਆ ਹੈ, ਸੰਤੋ ਮਨ ਪਵਣੈ ਸੁਖ ਬਣਿਆ। ਹਵਾ ਨਾਲੋਂ ਵੀ ਜ਼ਿਆਦਾ ਤੇਜ਼ ਹੈ ਮਨ। ਹੁਣ ਤੁਸੀਂ ਇੱਥੋਂ ਆਪਣੇ ਤਨ ਨੂੰ ਆਪਣੇ ਘਰ ਲੈ ਕੇ ਜਾਣਾ ਹੋਵੇ, ਤੁਹਾਨੂੰ ਟਾਈਮ ਲੱਗਣਾ ਹੈ। ਤੁਸੀਂ ਕਿੰਨੇ ਮੀਲ ਤੋਂ ਘਰੋਂ ਆਏ ਜੇ, ਉਸ ਹਿਸਾਬ ਨਾਲ ਤੁਹਾਨੂੰ ਟਾਈਮ ਲੱਗੂ। ਪਰ ਜੇ ਤੁਸੀਂ ਆਪਣੇ ਮਨ ਨੂੰ ਆਪਣੇ ਘਰ ਦੇ ਬਾਹਰਲੇ ਦਰਵਾਜ਼ੇ ਲਾ ਕੇ ਲੈ ਕੇ ਜਾਣਾ ਹੋਵੇ, ਤਾਂ ਕਿੰਨਾ ਸਮਾਂ ਲੱਗੇਗਾ ਭਲਾ? ਅੱਖ ਝਮਕਣ ਜਿਤਨੇ ਸਮੇਂ ਤੋਂ ਵੀ ਪਹਿਲਾਂ ਤੁਹਾਡਾ ਮਨ ਤੁਹਾਡੇ ਬਾਹਰਲੇ ਦਰਵਾਜ਼ੇ 'ਤੇ ਪਹੁੰਚ ਜਾਊ। ਪਰ ਜੇ ਤੁਸੀਂ ਆਪਣੇ ਤਨ ਨੂੰ ਉੱਥੇ ਲੈ ਕੇ ਜਾਣਾ ਹੋਵੇ ਤਾਂ ਟਾਈਮ ਲੱਗੇਗਾ। ਮਨ ਦੀ ਰਫ਼ਤਾਰ ਇੰਨੀ ਤੇਜ਼ ਹੈ। ਇਸੇ ਕਰਕੇ ਆਖਿਆ ਸੀ ਕੱਤ ਜਾਈਏ ਰੇ ਘਰ ਲਾਗੋ ਰੰਗ, ਮੇਰਾ ਚਿੱਤ ਨਾ ਚੱਲੇ। ਹੁਣ ਮੇਰਾ ਚਿੱਤ ਚੱਲਦਾ ਨਹੀਂ ਆ। ਕੱਤ ਜਾਈਏ ਰੇ ਘਰ ਲਾਗੋ ਰੰਗ, ਮੇਰਾ ਚਿੱਤ ਨਾ ਚੱਲੇ। ਮਨ ਭਇਓ ਪੰਗ, ਹੁਣ ਮੇਰਾ ਮਨ ਪੰਗ ਹੋ ਗਿਆ, ਪਿੰਗਲਾ ਹੋ ਗਿਆ। ਹੁਣ ਮੇਰਾ ਮਨ ਤੁਰਦਾ ਨਹੀਂ ਹੈ, ਅਪਾਹਜ ਹੋ ਗਿਆ। ਕਿਹੜੇ ਕੰਮ ਨੂੰ ਨਹੀਂ ਤੁਰਦਾ? ਹੁਣ ਜਦੋਂ ਕੋਈ ਪੁੱਠੇ ਕੰਮ ਨੂੰ ਮੇਰੇ ਲਾਗੇ ਗੱਲ ਕਰਦਾ ਤੇ ਮੈਂ ਕਹਿੰਦਾ ਨਹੀਂ, ਹੁਣ ਮੈਂ ਪਿੰਗਲਾ ਹੋ ਗਿਆ ਵਾਂ, ਹੁਣ ਮੈਂ ਅਪਾਹਜ ਹੋ ਗਿਆ ਵਾਂ। ਕਿਉਂਕਿ ਗੂੰਗਾ ਹੁਆ ਬਾਵਰਾ ਬਹਿਰਾ ਹੁਆ ਕਾਨ, ਪਾਉਂ ਤੇ ਪਿੰਗਲ ਪਿਆ ਮਾਰਿਆ ਸਤਿਗੁਰਬਾਨ। ਹੁਣ ਗੁਰੂ ਨੇ ਗਿਆਨ ਦਾ ਤੀਰ ਮਾਰ ਕੇ ਤੇ ਮੈਨੂੰ ਪਿੰਗਲਾ ਕਰਤਾ, ਅਪਾਹਜ ਕਰਤਾ। ਹੁਣ ਮੈਨੂੰ ਕਹਿੰਦਾ ਚੱਲ ਝੂਠੀ ਗਵਾਹੀ ਦੇਣ ਚੱਲੀਏ, ਚੱਲ ਫਲਾਣੇ ਥਾਂ 'ਤੇ ਕਰਮ ਕਰਨ ਚੱਲੀਏ। ਤੇ ਮੈਂ ਕਿਉਂ ਹੱਥ ਖੜੇ ਕਰ ਦੇਣਾ? ਨਾ ਭਰਾ, ਮੇਰੇ ਕੋਲ ਹੁਣ ਤਾਕਤ ਹੈ ਨਹੀਂ, ਮੈਂ ਪਿੰਗਲਾ ਹੋ ਗਿਆ। ਬੰਦੇ ਦੇ ਪੈਰ ਬਾਅਦ ਵਿੱਚ ਤੁਰਦੇ ਨੇ, ਮਨ ਪਹਿਲਾਂ ਤੁਰਦਾ ਵਾ। ਮਨ ਪਹਿਲਾਂ ਯਾਤਰਾ ਕਰ ਆਉਂਦਾ।
ਤਨ ਬਾਅਦ ਵੀ ਜਾਂਦਾ। ਤੁਸੀਂ ਕੋਈ ਵੀ ਕਰਮ ਕਰਨਾ, ਕੋਈ ਗਲਤ ਕੰਮ ਕਰਨਾ, ਬੋਡੀ ਬਾਅਦ ਵੀ ਜਾਏਗੀ, ਮਨ ਉੱਥੋਂ ਪਹਿਲਾਂ ਯਾਤਰਾ ਕਰ ਆਏਗਾ। ਮਨ ਤੁਹਾਨੂੰ ਪ੍ਰੇਰਨਾ ਦਿੰਦਾ। ਇਸੇ ਕਰਕੇ ਤੈਨੂੰ ਖੋਤਾ ਆਖਿਆ ਸੀ ਬਾਣੀ 'ਚ, ਮਨ ਖੁੱਟਹਰ ਤੇਰਾ ਨਹੀਂ ਵਿਸ਼ਵਾਸ ਤੂੰ ਮਹਾ ਉਦਮਾਦਾ, ਖਰਕਾ ਪੈਂਖਰ ਤੋ ਛੁੱਟੇ ਜੋ ਉੱਪਰ ਲਾਦਾ। ਇਹ ਗਧਾ ਹੈ। ਗੁਰੂ ਸਾਹਿਬ ਕਹਿੰਦੇ ਨੇ ਜਿਵੇਂ ਖੋਤੇ ਦੇ ਉੱਤੇ ਭਾਰ ਲੱਦਿਆ ਹੋਵੇ, ਐ ਅਰਮਾਨ ਨਾਲ ਤੁਰਿਆ ਜਾਂਦਾ, ਉੱਦਾਂ ਲੱਤਾਂ ਮਾਰਦਾ ਜਦੋਂ ਖਾਲੀ ਹੁੰਦਾ ਉਹ ਗਧਾ। ਉੱਤੇ ਭਾਰ ਲਾ ਦੋ ਫੇਰ ਨਹੀਂ ਮਾਰਦਾ। ਇਹ ਮਨ ਵੀ ਖਾਲੀ ਹੈ, ਤਾਈਓ ਤੇ ਲੱਤਾਂ ਮਾਰਦਾ ਹੈ। ਪੱਗਾਂ ਬਿਨ ਹੁਰੀਆਂ ਮਾਰਦਾ, ਪੈਰ ਹੈ ਨਹੀਂ ਪਰ ਲੱਤਾਂ ਮਾਰਦਾ। ਹੁਣ ਮਨ ਦੀਆਂ ਲੱਤਾਂ ਹੈਗੀਆਂ ਨੇ, ਬਣ ਰਿਹਾ ਪੱਗਾਂ ਬਿਨ ਹੁਰੀਆਂ ਮਾਰਦਾ। ਬਦਨੇ ਫਿਰ ਖਿਰਖਿਰ ਹੱਸਦਾ, ਇਹਦਾ ਮੂੰਹ ਹੈ ਨਹੀਂ ਪਰ ਹੱਸਦਾ ਬੜਾ। ਆਪਾਂ ਕਹਿੰਦੇ ਮਨ ਦਾ ਮੂੰਹ ਕੋਈ ਨਹੀਂ ਹੈਗਾ ਪਰ ਮਨ ਹੱਸਦਾ ਬੜਾ। ਕਿਵੇਂ ਹੱਸਦਾ? ਕਿਵੇਂ ਆਪਾਂ ਨਹੀਂ ਕਹਿੰਦੇ ਕਈ ਵਾਰੀ ਬੰਦਾ ਅੰਦਰੋਂ ਤੁਹਾਡੇ ਨਾਲ ਕਈ ਵਾਰੀ ਮੂੰਹ ਜਿਹਾ ਢਿੱਲਾ ਕਰਕੇ ਅਫਸੋਸ ਕਰਦਾ, ਪਰ ਅੰਦਰ ਉਹਦੇ ਲੱਡੂ ਫੁੱਟ ਰਹੇ ਹੁੰਦੇ ਨੇ। ਅੰਦਰੋਂ ਖੁਸ਼ ਹੋ ਰਿਹਾ ਹੁੰਦਾ ਵੀ ਅਜੇ ਇਹਦੇ ਨਾਲ ਹੋਰ ਹੋਣੀ ਹੈ, ਜੇ ਇਹਦੇ ਨਾਲ ਘੱਟ ਹੋਈ ਹੈ। ਸਾਨੂੰ ਲੱਗਦਾ ਵੀ ਇਹ ਉੱਤੋਂ ਮੇਰੇ ਨਾਲ ਦੁੱਖ ਪ੍ਰਗਟਾਵਾ ਕਰ ਰਿਹਾ। ਇਹਨੂੰ ਬਾਣੀ 'ਚ ਲਿਖਿਆ ਬਦਨੇ ਬਿਰ, ਇਹਦਾ ਮੂੰਹ ਹੈ ਨਹੀਂ ਬਦਨ। ਬਦਨੇ ਬਿਨ ਖਿਰਖਿਰ ਹੱਸਦਾ, ਪੱਗਾਂ ਬਿਨ ਹੁਰੀਆਂ ਮਾਰਦਾ, ਪੈਰ ਹੈ ਨਹੀਂ ਪਰ ਲੱਤਾਂ ਮਾਰਦਾ ਮਨ। ਹੁਣ ਇੱਦਾਂ ਹੀ ਜਿਹੜਾ ਇੱਥੇ ਸ਼ਬਦ ਆਖਿਆ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਕਿਹਨੂੰ ਕਿਹਾ ਜਾ ਰਿਹਾ? ਮਨ ਨੂੰ, ਤਨ ਨੂੰ ਨਹੀਂ ਕਿਹਾ ਜਾ ਰਿਹਾ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਸਾਰੇ ਪੜ੍ਹੋ ਇੱਕ ਵਾਰ। ਸਦਾ ਸੱਚ ਸੰਭਾਲੇ, ਸਦਾ ਸੱਚ ਸੰਭਾਲੇ, ਸਦਾ ਸੱਚ ਸੰਭਾਲੇ, ਤੂੰ ਸਦਾ ਸੱਚ ਸੰਭਾਲੇ। ਸਾਰੇ ਪੜ੍ਹੋ, ਕੋਈ ਰਸਮ ਇੱਦਾਂ ਦੀ ਨਾ ਰਵੇ। ਸਾਹਮਣੇ ਸਕਰੀਨ ਤੇ ਸ਼ਬਦ ਹੈ, ਸਾਰੇ ਪੜ੍ਹੋ। ਤੂੰ ਸਦਾ ਸੱਚ ਸੰਭਾਲੇ, ਤੂੰ ਸਦਾ ਸੱਚ ਸੰਭਾਲੇ, ਤੂੰ ਸਦਾ। ਇਹ ਮਨ ਪਿਆਰਿਆ, ਇਹ ਮਨ ਪਿਆਰਿਆ, ਵਾਹ ਵਾਹ। ਤੂੰ ਸਦਾ ਸੱਚ ਸੰਭਾਲੇ, ਤੂੰ ਸਦਾ ਸੱਚ ਸੰਭਾਲੇ, ਤੂੰ ਸਦਾ। ਇਹ ਕੁਟੰਬ ਤੁਝੇ ਦੇਖਦਾ, ਇਹ ਕੁਟੰਬ ਤੁਝੇ ਦੇਖਦਾ, ਵਾਹ ਵਾਹ ਵਾਹ। ਚੱਲੇ ਨਹੀਂ ਤੇਰੇ ਨਾਲੇ, ਚੱਲੇ ਨਹੀਂ ਤੇਰੇ ਨਾਲੇ, ਚੱਲੇ ਨਹੀਂ। ਸਾਥ ਤੇਰੇ ਚੱਲੇ ਨਹੀਂ, ਸਾਥ ਤੇਰੇ ਚੱਲੇ ਨਹੀਂ, ਵਾਹ ਵਾਹ। ਤਿਸ ਨਾਲ ਕਿਉਂ ਚਿਤ ਲਾਈਐ, ਤਿਸ ਨਾਲ ਕਿਉਂ ਚਿਤ ਲਾਈਐ, ਤਿਸ। ਐਸਾ ਕੰਮ ਮੂਲੇ ਨਾ ਕੀਚੈ, ਐਸਾ ਕੰਮ ਮੂਲੇ ਨਾ ਕੀਚੈ। ਕਿੰਨਾ ਪਿਆਰਾ ਬਚਨ ਹੈ, ਐਸਾ ਕੰਮ ਮੂਲੇ ਨਾ ਕੀਚੈ। ਜਿਤ ਅੰਤ ਪਛੋਤਾਈ ਹੈ, ਜਿਤ ਅੰਤ ਪਛੋਤਾਈ ਹੈ, ਜਿਤ। सतगुरु का उपदेश सुन तू, सतगुरु का उपदेश सुन तू। होवे तेरे नाले, होवे तेरे नाले, होवे तेरे नाले, होवे तेरे नाले। कह नानक मन प्यारे, कह नानक मन प्यारे।
सदा सच संभाले, तू सदा सच संभाले, तू गुरु अमरदास महाराज जी की आनंद बाणी, जिन्हों असी सत्कार नाल आनंद साहब कहने, इदां ही बाणी च बाणी का नाम जप है, पर जदों असी अपनी बोली च कहने जपजी साहब कहने, पर गुरु ग्रंथ साहब जी में जिहड़ा सरलेख है वो बाणी का नाम की है जप। इदां ही सुखमणी बाणी का नाम है, पर असी जदों किसी नाल गलबात करते हैं सुखमणी साहब कहने सीगा आपस में जदों गलबात करते हैं, पर बाणी भी जिहड़ा सरलेख है आनंद है। हुण जदों असी आनंद बाणी आनंद साहब की बाणी की 11 नंबर पौड़ी का हुणे रल के सारिਆਂ ने गायन किया है। हुण तुसीं वेखो सिख रहत मर्यादा विच भी ये गल लिखी है कि गुरु ग्रंथ साहब जी के शब्दों दियां तुसीं धारना ला के साजां नाल बिना साजा तो रल के कीर्तन कर सकते, किया जा सकता। गुरबाणी के बहुत ऐसे शब्द ने। हुण गुरु अमरदास महाराज जी की ये पावन पौड़ी जिसका असीं पाठ किया, ये मन प्यारिया तू सदा सच संभाले, ध्यान ना सुनियो तां गल समझ पै जाए। हुण गुरु अमरदास महाराज कहते ने, ये प्यारिया मना तू सदा ही सच नूं संभाल। जदों भी कोई चीज़ां संभालियां जांदियां ने उन्हां नूं संभालण लई वखरे वखरे प्रबंध हुंदे ने साडे घरां 'च। जदों असीं कपड़े रखते हैं अपने घरां 'च, कपड़ियां नूं संभालण दा अलमारियां बणियां होईयां ने, हैंगरां 'च पा के कपड़े टंगे हुए ने। ग्रोसरी नूं साਂਭਣ दा भी वखरा वखरा प्रबंध है, आटा वखरा पिया है, दाल वखरी पई है, हल्दियां मिर्च मसाले जिन्ने भी होंदे ने साडे वखरे वखरे असीं डब्बियां 'च साਂਭ के रखे होंदे ने। किसान अपने पशुओं वास्ते चारा तूड़ी जो भी उन्होंने सुक्का चाहिए उन्हें साਂਭ के रखिया होंदा, पता होंदा मैं लोड़ पैगी तो मैं वरत लवांगा। हुण इत्थे शब्द आया सच, सच नूं संभालण लई भी तो कोई भांडा चाहिए है ना, वो किहड़ा भांडा है? गुरु ग्रंथ साहब जी की बाणी का वाक है। वेखो बाणी की व्याख्या आप बाणी चो करांगे गल सौखियां समझ आएगी। गुरु नानक साहब जी का वाक है, हाण हट घर यार जा। एक दुकान का नक्शा खिंचिया गुरु नानक साहब जी ने। जिवें एक दुकानदार हुंदा, दुकानदार दे कोल पुराने समय च मर्दबान हुंदे सी, जिवें अजकल तुसीं किसी स्टोर ते जांदे उन्होंने समान पैक करके वखरे वखरे तरीके नाल रखिया हुंदा है। पुराने समय च मर्दबान हुंदे सी ते मर्दबान दे बाहरों दिस पैंदी हुंदी सी भी अंदर चीज़ किहड़ी पई है, मखाने दिस पैणे, खंड दिस पैणी, पत्ती दिस पैणी, तो उन्हें वखरे वखरे समान साਂਭ के रखिया हुंदा सी। पातशाह जी ने एक दुकान का नक्शा खिंच के इदां बयान किया है, कहते अपनी बीत रही उम्र नूं, लंघ रही उम्र नूं, जिहड़ा तेरा एक एक सवास रोज़ बीत रहा, इनू दुकान बना ला। तो ये सौदा किहड़ा बनाउणा है? हाण हट घर यार जा। सारे बोलो, हाण हट घर यार जा, सच नाम कर वथ। जेड़ा मैं रोज़ समा गुजार रहा ये दुकान आ, तो इस दुकान विच हुण मैं सौदा किहड़ा रखना? सच नाम कर वत। सच्चे नाम की वस्तु नूं इह च मैं टका के रखना। हुण सच्चे नाम की वस्तु नूं साਂਭਣਾ काचा? सुरत सोच कर भांड साल। सारे बोलो, सुरत सोच कर। हुण गल आ गई ना, सुरत सोच, सुरत सोच कर भांड साल। दुकानदार दे कोल मर्दबान हुंदे सी, ते इत्थे आपां सच नूं साਂਭਣ लई किहड़ा भांडा रखना जी? कि अज इंसान दे कोल सुरत हैगी है जिहदे विच मैं वस्तु साਂਭਣੀ? साडा तो पहले ही सवाल ये हुंदा, मैं बाणी पढ़दा जी मेरा मन नहीं टिकदा। इहदा मतलब भांडे 'च समान कोई, बोलो साध संगत जी, भांडे 'च समान कोई। अच्छा, तुहानूं कई बंदे कहणगे मैं बाणी पढ़दा मेरा मन नहीं टिकदा। उहनूं ये क्वेश्चन करो, तेरा टिकदा कित्थे? फिर किते ना किते टिकदा होएगा ना। मतलब मान लो एक बंदे का बाणी पढ़न लग्या मन नहीं टिकदा, पर किते ना किते तो टिकदा होएगा ना। मान लो बेईमान का बेईमानी करन च मन टिकदा है, जुआरीए का जूए च टिकदा है, जिथे भी बंदे का टिकदा है, किते ना किते तो टिकदा ही होएगा ना। जे मान लो इधर नहीं टिकदा, किते होर टिकदा। हुण इत्थे शब्द वरतिया सुरत सोच कर भांड साल।
ਸੁਰ ਤੋਂ ਭਾਂਡਾ ਵਾ ਤਿਸ ਵਿੱਚ ਤਿਸ ਨੂੰ ਰੱਖ। ਇਹ ਮਨ ਪਿਆਰਿਆ ਤੂੰ ਸਦਾ ਸੱਚ। ਹੁਣ ਸੌਦਾ ਤੇ ਤਾਂ ਸੰਭਾਲਾਂਗੇ ਜੇ ਭਾਂਡਾ ਹੋਏਗਾ, ਤੇ ਭਾਂਡੇ ਵਿੱਚ ਸਮਾਨ ਕੋਈ ਹੋਰ ਪਾ ਕੇ ਬੈਠੇ ਆ। ਅੱਛਾ, ਸੁਰਤ ਸਾਰਿਆਂ ਕੋਲ ਹੈਗੀ ਆ, ਪਰ ਸੁਰਤ ਵਿੱਚ ਮਟੀਰੀਅਲ ਕੋਈ, ਬੋਲੋ ਸਾਧ ਸੰਗਤ ਜੀ, ਹੋਰ ਪਾਇਆ। ਹੁਣ ਬਾਣੀ 'ਚ ਲਿਖਿਆ ਵਸਤੂ ਅੰਦਰ, ਦੂਜੀ ਹੋਵੇ ਪਾਸ। ਹੁਣ ਮੰਨ ਲਓ ਵੀ ਇੱਕ ਬਰਤਨ 'ਚ ਪਾਣੀ ਪਾਇਆ ਹੈ, ਤੁਸੀਂ ਉਹਦੇ ਵਿੱਚ ਦੁੱਧ ਪਾਉਣਾ ਹੈ, ਤੇ ਸਿਆਣਾ ਬੰਦਾ ਕਹਿੰਦਾ ਵੀ ਜੇ ਤੂੰ ਦੁੱਧ ਪਾਉਣਾ ਪਹਿਲਾਂ ਪਾਣੀ ਡੋਲ। ਤੇ ਜੇ ਬੰਦਾ ਜਿੱਦ ਕਰੇ ਵੀ ਨਹੀਂ ਤੂੰ ਇਹ 'ਚ ਪਾ ਦੇ, 2 ਕਿਲੋ ਦਾ ਡੱਬਾ ਹੈ, ਵਿੱਚ ਅੱਧਾ ਲੀਟਰ 1.5 ਲੀਟਰ ਜਾਂ 1 ਲੀਟਰ ਪਹਿਲਾਂ ਪਾਣੀ ਪਿਆ, ਉਹ ਕਹਿੰਦਾ ਭਾਈ ਤੂੰ ਇਹ 'ਚੋਂ ਪਾਣੀ ਡੋਲ ਦੇ, ਮੈਂ ਦੁੱਧ ਪਾ ਦੇਣਾ। ਉਹ ਕਹਿੰਦਾ ਤੂੰ ਇੱਦਾਂ ਹੀ ਪਾ ਦੇ। ਮੰਨ ਲਓ ਪਾ ਦਿੱਤਾ। ਹੁਣ 1 ਲੀਟਰ ਦੁੱਧ, 1 ਲੀਟਰ ਪਾਣੀ ਸੀ, 1 ਲੀਟਰ ਵਿੱਚ ਦੁੱਧ ਪਾਤਾ। ਹੁਣ ਉਹਦਾ ਕੀ ਨਾਮ ਆਇਆ ਜੀ? ਹੁਣ ਉਹਨੂੰ ਦੁੱਧ ਕਵਾਂਗੇ ਆਪਾਂ? ਉੱਚੀ ਬੋਲੋ, ਸਾਰਿਆਂ ਨੂੰ ਪਤਾ ਗਰਮੀਆਂ 'ਚ ਆਮ ਪੀਂਦੇ ਹੁੰਦੇ ਸੀ ਪਿੰਡਾਂ 'ਚ। ਚਲੋ ਇਹ ਸ਼ਬਦ ਦੇ ਅਰਥ ਨਹੀਂ, ਪਰ ਆਪਾਂ ਨੂੰ ਪਤਾ ਕੀ ਪੀਂਦੇ ਹੁੰਦੇ ਸੀ ਜੀ, ਕੱਚੀ ਲੱਸੀ। ਅੱਛਾ ਵੇਖੋ, ਨਾਮ ਗਵਾਚ ਗਿਆ ਉਹਦਾ। ਪਹਿਲਾਂ ਅੱਧਾ 1 ਲੀਟਰ ਪਾਣੀ ਸੀ, ਹੁਣ ਉਹਨੂੰ ਪਾਣੀ ਵੀ ਨਹੀਂ ਕਿਹਾ ਆਪਾਂ, ਵਿੱਚ ਆਪਾਂ 1 ਲੀਟਰ ਦੁੱਧ ਪਾਤਾ, ਹੁਣ ਆਪਾਂ ਉਹਨੂੰ ਦੁੱਧ ਵੀ ਕਿਹਾ। ਯਾਨੀ ਕਿ ਦੋਵਾਂ ਦੇ ਨਾਮ ਗਵਾਚ ਗਏ, ਨਾ ਉਹ ਪਾਣੀ ਰਿਹਾ ਤੇ ਨਾ ਉਹ ਦੁੱਧ ਰਿਹਾ। ਕੀ ਬਣ ਗਈ? ਕੱਚੀ ਲੱਸੀ। ਅੱਜ ਬੰਦੇ ਦੀ ਸੁਰਤ ਵਿੱਚ ਮਨਮਤ ਪਈ ਆ, ਗੱਲ ਤੁਸੀਂ ਸਮਝ ਹੀ ਗਏ ਆ। ਉਹ ਕਹਿੰਦਾ ਜੀ ਇਹ 'ਚ ਗੁਰਮਤ ਪਾ ਦਿਓ। ਹੁਣ ਅੱਧੇ ਮਨ ਵਿੱਚ ਅੱਧੀ ਮਨਮਤ ਪਈ ਹੈ, ਅੱਧੀ ਉਹ ਗੁਰਮਤ ਪਾਉਂਦਾ। ਨਾ ਤੇ ਉਹ ਪੂਰਾ ਮਨਮਤੀਆ ਰਹਿੰਦਾ ਤੇ ਨਾ ਪੂਰਾ ਗੁਰਮਤੀਆ ਰਹਿੰਦਾ, ਕੱਚੀ ਲੱਸੀ ਜੀ ਬਣ ਜਾਂਦੀ ਹੈ। ਅੱਜ ਸਾਡੀ ਸਿੱਖ ਕੌਮ ਦੀ ਬਹੁ ਗਿਣਤੀ ਕਿਹੜੀ ਬਣੀ ਪਈ? ਹੁਣ ਤੁਸੀਂ ਬੋਲ ਕੇ ਦੱਸੋ ਵੀ ਨਾ ਉਧਰ ਜਾਣਾ ਤੇ ਨਾ ਉਧਰ ਜਾਣਾ। ਇਹਨੂੰ ਬਾਣੀ 'ਚ ਗੁਰੂ ਰਾਮਦਾਸ ਜੀ ਨੇ ਆਖਿਆ ਅੱਧ ਵਿੱਚ ਫਿਰੈ ਮਨ ਮੁਖ ਵਿਚਾਰਾ। ਹੁਣ ਗੁਰੂ ਸਾਹਿਬ ਨੇ ਕਦੀ ਨਹੀਂ ਕਿਹਾ ਤੂੰ ਮੇਰੇ ਵਾਲੇ ਬੰਨੇ ਆ ਜਾ। ਕਹਿੰਦੇ ਚੌਂਕ 'ਚ ਤਾਂ ਨਾ ਖਲੋ, ਕਮ ਸੇ ਕਮ ਚੌਂਕ 'ਚ ਖਲੋਣ ਵਾਲੇ ਬੰਦੇ ਨੂੰ ਤੁਸੀਂ ਚੰਗਾ ਮੰਨੋਗੇ? ਤੁਸੀਂ ਤੁਰੇ ਜਾਂਦੇ ਹੋ, ਤੁਹਾਡੇ ਅੱਗੇ ਕੋਈ ਬੰਦਾ ਆ ਜਾਏ, ਤੁਸੀਂ ਉਹਨੂੰ ਕਹਿੰਦੇ ਭਰਾਵਾ ਜਾਂ ਸੱਜੇ ਹੋ ਜਾ, ਜਾਂ ਵੀ ਇੱਕ ਬੰਨੇ ਲੱਗ ਜਾ। ਗੁਰੂ ਸਾਹਿਬ ਇਹ ਨਹੀਂ ਕਹਿੰਦੇ ਵੀ ਤੂੰ ਇੱਧਰ ਹੀ ਆ, ਕਹਿੰਦਾ ਨਾ ਨਾ ਤੇਰਾ ਫੈਸਲਾ ਭਾਈ, ਤੇਰੀ ਮਰਜ਼ੀ ਆ, ਤੂੰ ਆਜ਼ਾਦ ਹੈ, ਤੂੰ ਕਿੱਧਰ ਜਾਣਾ ਮਰਜ਼ੀ ਤੇਰੀ ਹੈ, ਪਰ ਇੱਕ ਬੰਨੇ ਤੇ ਲੱਗ ਜਾ। ਤੂੰ ਚੌਂਕ 'ਚ ਖਲੋਤਾ ਹੈ, ਨਾ ਤੂੰ ਇੱਧਰ ਹੈ ਤੇ ਨਾ ਤੂੰ ਉੱਧਰ ਹੈ। ਮਨਮਤ ਵੀ ਪੂਰੀ ਕਰੀ ਜਾਂਦਾ ਹੈ ਤੇ ਗੁਰਮੁਖਾਂ 'ਚ ਵੀ ਨਾ ਪੂਰਾ ਲਿਖਾਉਣਾ ਚਾਹੁੰਦਾ ਹੈ। ਗੱਲਾਂ ਅਸੀਂ ਚੰਗੀਆਂ ਅਚਾਰੀ ਪੂਰੀ ਤੋ ਖੈਰ। ਹੁਣ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਤੇ ਸੱਚ ਨੂੰ ਸੰਭਾਲਣ ਲਈ ਕੀ ਚਾਹੀਦਾ? ਲੜੀਵਾਰ ਸਮਝੋ, ਗੱਲ ਕਲੀਅਰ ਹੋ ਜੂ। ਭਾਂਡਾ ਕੀ ਸੀ? ਸੁਰਤ। ਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਸੁਰਤ ਸੋਚ ਕਰ ਭਾਂਡਸਾਲ, ਤਿਸ ਵਿੱਚ ਤਿਸ ਨੂੰ ਰੱਖ। ਸੁਰਤ ਰੂਪੀ ਭਾਂਡੇ 'ਚ ਸੱਚ ਦੇ ਸੌਦੇ ਨੂੰ ਟਿਕਾ ਲਾ। ਮਹਾਰਾਜ ਮੈਨੂੰ ਫਾਇਦਾ ਕੀ ਹੋਊਗਾ, ਬੈਨੀਫਿਟ ਕੀ ਹੋਊਗਾ? ਕਹਿੰਦੇ ਆ ਹੋਊਗਾ। ਕਿਹੜਾ? ਵਣਜਾਰਿਆਂ ਸਿਉ ਵਣਜ ਕਰ। ਅੱਗੇ ਬੋਲੋ, ਲੈ ਲਾਹਾ, ਬੋਲੋ ਅੱਗੇ, ਮਨ। ਫਿਰ ਵਣਜਾਰਿਆਂ ਨਾਲ ਜਦੋਂ ਤੂੰ ਵਣਜ ਕਰੇਗਾ ਨਾ, ਫਿਰ ਲੈ ਲਾਹਾ। ਜਿਵੇਂ ਦੁਕਾਨਦਾਰ ਨੂੰ 4 ਪੈਸੇ ਦੀ ਇਨਕਮ ਹੋਵੇ, ਸਾਥ ਜੀ ਖੁਸ਼ ਹੁੰਦਾ ਕਿ ਨਹੀਂ ਹੁੰਦਾ? ਬੋਲ ਕੇ ਦੱਸਿਓ। ਬੰਦੇ ਨੂੰ ਆਪਣੇ ਬਿਜ਼ਨਸ ਵਿੱਚ, ਦੁਕਾਨ 'ਚ, ਕਾਰੋਬਾਰ 'ਚ 4 ਪੈਸੇ ਕਮਾ ਲਵੇ ਤੇ ਫਿਰ ਉਹ ਬੱਚਿਆਂ 'ਤੇ, ਵਾਈਫ 'ਤੇ, ਪਰਿਵਾਰ 'ਤੇ ਖਰਚਣ ਲੱਗਿਆ। ਪਤਾ ਕਹਿੰਦਾ ਕੋਈ ਨਹੀਂ 2 ਵੱਧ ਖਰਚ ਲਓ। ਤੇ ਜੇ ਹੱਥ ਤੰਗ ਹੋਵੇ ਤੇ ਉੱਚੀ ਬੋਲ ਕੇ ਦੱਸਿਓ। ਹੁਣ ਫਿਰ ਘਰ ਗੁੱਸੇ 'ਤੇ ਹੋ ਕੇ ਆਉਂਦਾ ਵੀ ਜ਼ਿਆਦਾ ਹੱਸਿਆ ਕਿ ਉਹਨਾਂ ਕਹਿਣਾ ਵੀ ਪੈਸੇ ਵਾਹਵਾ ਕਮਾਏ ਪਾਪਾ ਜੀ ਨੇ। ਫਿਰ ਥੋੜ੍ਹਾ ਮੂਡ ਜਿਹਾ ਆਫ ਜਿਹਾ ਕਰਕੇ ਆਉਂਦਾ। ਕਈ ਬੰਦੇ ਇਸ ਕਰਕੇ ਵੀ ਕਹਿੰਦੇ ਵੀ ਉਦਾਸ ਜਿਹਾ ਕਿਉਂ ਆ? ਕਹਿੰਦਾ ਜ਼ਿਆਦਾ ਹੱਸੀਏ ਤੇ ਫਿਰ ਜ਼ਿਆਦਾ ਖਰਚਾ ਹੁੰਦਾ। ਇਸ ਕਰਕੇ ਥੋੜ੍ਹਾ ਜਿਹਾ ਗੁੱਸੇ ਰਹੀਏ ਨਾ, ਲੱਗਦਾ ਵੀ ਕਾਰੋਬਾਰ ਥੋੜ੍ਹਾ ਜਿਹਾ, ਉੱਚੀ ਬੋਲੋ ਭਾਈ, ਢਿੱਲਾ ਜਿਹਾ ਚੱਲਦਾ। ਇਸ ਕਰਕੇ ਖਰਚਾ ਵੀ ਥੋੜ੍ਹਾ ਜਿਹਾ ਹਿਸਾਬ ਨਾਲ ਕਰਨਾ। ਹੁਣ ਇਹ ਤਾਂ ਸ਼ਬਦ ਕਿੱਡਾ ਪਿਆਰਾ ਵਰਤਿਆ, ਲੈ ਲਾਹਾ। ਗੱਲ ਦੁਨਿਆਵੀ ਦੁਕਾਨਦਾਰ ਦੀ ਕੀਤੀ ਤੇ ਸਮਝਾਇਆ ਸਾਨੂੰ ਆਤਮਿਕ ਤੌਰ 'ਤੇ। ਜਿੱਦਣ ਤੇਰੇ ਮਨ ਨੇ, ਤੇਰੀ ਸੁਰਤ ਨੇ ਸੱਚ ਨੂੰ ਸਾਂਭਣਾ ਸ਼ੁਰੂ ਕਰ ਦਿੱਤਾ, ਤੇ ਫਿਰ ਜਿਹੜਾ ਵਣਜਾਰਿਆਂ ਸਿਓ ਵਣਜ ਕਰ। ਕਿਹੜਾ ਵਣਜਾਰਾ? ਵਣਜ ਕਰੋ ਵਣਜਾਰਿਓ, ਵਖਰ ਲਿਓ ਸੰਭਾਲ। ਤੈਸੀ ਵਸਤ
ਸਾਹੀ ਹੈ ਜੈਸੀ ਨਿਭ ਹੈ ਨਾਲ ਲੈ ਲਾਹਾ, ਜਦੋਂ ਤੂੰ ਲਾਹ ਪ੍ਰਾਪਤ ਕਰੇਗਾ ਤੇ ਮਨ ਹੱਸ, ਤੇਰੇ ਮਨ ਵਿੱਚ ਖੇੜਾ ਆਏਗਾ। ਤੇ ਫਿਰ ਇਹ ਜਿਹੜਾ ਖੇੜਾ ਹੋਣਾ ਨਾ, ਇਹ ਕਿਸੇ ਦਾ ਨੁਕਸਾਨ ਕਰਕੇ ਨਹੀਂ ਹੋਣਾ। ਜਿਹੜੀ ਇਹ ਮਨ ਨੂੰ ਖੁਸ਼ੀ ਹੋਣੀ ਹੈ ਨਾ, ਇਹ ਪਤਾ ਕਿਹੜੀ ਹੋਣੀ ਆ, ਕਿਉਂਕਿ ਸੱਚ ਸਾਂਭਿਆ ਹੋਣਾ। ਤੇ ਸੱਚ ਸਾਂਭਣ ਵਾਲਾ ਜਦੋਂ ਹੱਸਦਾ ਨਾ, ਉਹ ਕਿਸੇ ਨੂੰ ਖਵਾ ਕੇ ਹੱਸਦਾ, ਕਿਸੇ ਦਾ ਘਰ ਵਸਾ ਕੇ ਹੱਸਦਾ, ਕਿਸੇ ਦਾ ਘਰ ਬਰਬਾਦ ਕਰਕੇ ਕਦੀ ਨਹੀਂ ਹੱਸਦਾ। ਕਿਸੇ ਦੇ ਘਰ ਨੂੰ ਲੱਗੀ ਹੋਈ ਅੱਗ ਵੇਖ ਕੇ ਤਾੜੀ ਨਹੀਂ ਮਾਰਦਾ। ਉਹਦਾ ਬਦਨੇ ਬਿਰ ਖਿਰ ਖਿਰ ਹੱਸਦਾ ਸੀ ਨਾ, ਉਹ ਪੁੱਠਾ ਹਾਸਾ ਸੀ। ਉਹ ਸੀ ਵੀ ਕਿਸੇ ਦੇ ਘਰ ਅੱਗ ਲੱਗੀ ਹੋਵੇ ਤੇ ਉੱਤੋਂ ਅਫਸੋਸ ਕਰਦਾ ਤੇ ਅੰਦਰੋਂ ਖੁਸ਼ ਹੁੰਦਾ। ਹੁਣ ਇੱਥੇ ਸਤਿਗੁਰੂ ਜੀ ਕਹਿੰਦੇ ਨੇ ਲੈ ਲਾਹਾ ਮਨ ਹੱਸ। ਇੱਥੇ ਗੁਰੂ ਅਮਰਦਾਸ ਜੀ ਕਹਿੰਦੇ ਨੇ ਇਹ ਮਨ ਪਿਆਰਿਆ ਤੂੰ ਸਦਾ, ਵੇਖੋ ਕੀ ਸ਼ਬਦ ਵਰਤਿਆ, ਤੂੰ ਸਦਾ। ਤੇ ਸਾਡੇ ਆਮ ਕਈ ਵਾਰੀ ਕਹਿਣਗੇ ਉਹ ਤੂੰ ਗੁਰਦੁਆਰੇ ਖਲੋ ਕੇ ਝੂਠ ਬੋਲੀ ਜਾਂਦਾ ਭਾਈ। ਮਤਲਬ ਕੀ ਹੈ ਵੀ ਥੋੜ੍ਹਾ ਜਿਹਾ ਪਰਾਂ ਹੋ ਕੇ ਬੋਲ ਲਾ, ਵੀ ਉਹ ਰੋਡ 'ਤੇ ਹੋ ਜਾ। ਕਈ ਇੱਦਾਂ ਕਹਿਣਗੇ ਭਾਈ ਬੰਦੇ ਨੇ ਗੁਰਦੁਆਰੇ ਵੀ ਝੂਠ ਬੋਲਤਾ, ਇਹਦਾ ਮਤਲਬ ਪਾਸੇ ਬੋਲ ਲੈਣਾ ਚਾਹੀਦਾ। ਕਿਉਂ? ਸਾਧ ਸੰਗਤ ਜੀ ਬੋਲ ਕੇ ਦੱਸਿਓ। ਵੇਖੋ ਸਾਧ ਸੰਗਤ ਜੀ, ਮੈਂ ਕਥਾ ਇਕੱਲੇ ਨਹੀਂ ਕਰਨੀ, ਨਾਲ ਤੁਹਾਨੂੰ ਹੰਗਾਰਾ ਭਰਨਾ ਪੈਣਾ। ਆਮ ਬੋਲੀ 'ਚ ਹੁੰਦਾ ਨਾ ਕਿ ਬੰਦਾ ਗੁਰਦੁਆਰੇ ਵੀ ਝੂਠ ਬੋਲੀ ਜਾਂਦਾ ਬਈ। ਅੱਛਾ, ਇਹਦਾ ਮਤਲਬ ਗੁਰਦੁਆਰੇ ਨਹੀਂ ਝੂਠ ਬੋਲਣਾ, ਤੇ ਗੁਰਦੁਆਰੇ ਵੀ ਹਦੂਦ ਤੋਂ ਬਾਹਰ ਪਰਾਂ ਰੋਡ 'ਤੇ ਬੋਲ ਸਕਦਾ? ਬੋਲੋ ਸਾਧ ਸੰਗਤ ਜੀ। ਇੱਥੇ ਕੀ ਸ਼ਬਦ ਵਰਤਿਆ? ਤੂੰ ਸਦਾ ਹੀ ਸੱਚ ਨੂੰ ਸੰਭਾਲ, ਸਦਾ ਹੀ। ਇਹ ਨਹੀਂ ਵੀ ਤੂੰ ਮੌਕਾ ਵੇਖ ਕੇ ਸੱਚ ਸੰਭਾਲਣਾ, ਸਦਾ ਹੀ ਸੱਚ ਨੂੰ। ਤੇ ਸੱਚ ਕੀ ਭਲਾ? ਸੱਚ ਸਭਨਾ ਕਾ ਖਸਮ ਹੈ। ਸੱਚ ਸਾਰਿਆਂ ਦਾ ਖਸਮ ਆ। ਤੇ ਜਿਹਨੇ ਸਾਰਿਆਂ ਦੇ ਖਸਮ ਨੂੰ ਹੀ ਸਾਂਭ ਲਿਆ, ਦੱਸੋ ਉਹਨੂੰ ਭਲਾ ਕਿਸੇ ਦੇ ਅੱਗੇ ਹੱਥ ਅੱਡਣ ਦੀ ਲੋੜ ਪਊ? ਜਿਹੜਾ ਸਾਰਿਆਂ ਦੇ ਖਸਮ ਨੂੰ ਹੀ ਸਾਂਭ ਕੇ ਬਹਿ ਗਿਆ, ਜਿਹੜਾ ਉਸ ਮਾਲਕ ਨਾਲ ਸਾਂਝ ਪਾ ਗਿਆ, ਉਹ ਥਾਂ ਥਾਂ 'ਤੇ ਨਮਸਕਾਰਾਂ ਕਰੂ ਭਲਾ? ਉਹਨੂੰ ਤਾਂ ਫਿਰ ਇੱਦਾਂ ਬਣ ਕੇ ਦੀ ਰੇ ਜੀ ਨਲਾਜ ਲਾਜ ਤੋਏ ਨਾਹੀਂ, ਹਰ ਤਜ ਕਤ ਕਾਹੂ ਕੇ ਜਾਹੀਂ, ਜਾਂ ਕੋ ਠਾਕੁਰੂ ਚਾਹੋਈ ਸੋ ਜਨ ਪਰ ਕਰ ਜਾਤ ਨਾ ਸੋਈ। ਉਹ ਜਿਹਦਾ ਪਿਓ ਏਡਾ ਉੱਚਾ ਹੋਵੇ, ਉਹਦਾ ਪੁੱਤ ਦੂਜਿਆਂ ਕੋਲੋਂ ਇੱਦਾਂ ਮੰਗਦਾ ਫਿਰੇ। ਜਦੋਂ ਪਤਾ ਲੱਗ ਗਿਆ ਸੱਚ ਸਭਨਾ ਕਾ ਖਸਮ ਹੈ, ਸੱਚ ਸਾਰਿਆਂ ਦਾ ਖਸਮ ਆ, ਤੇ ਫਿਰ ਇੱਥੇ ਆਖਿਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਤੂੰ ਸਦਾ ਹੀ ਸੱਚ ਨੂੰ ਸੰਭਾਲ। ਤੇ ਅੱਗੇ ਕੀ ਕਿਹਾ? ਇਹ ਕੁਟੰਬ ਤੂੰ ਜੇ ਦੇਖਦਾ। ਅੱਛਾ, ਇਹ ਕਿਹੜਾ ਕੁਟੰਬ? ਕੁਟੰਬ 'ਚ ਆਉਂਦੀ ਹੈ ਮਾਂ, ਦਾਦਾ, ਪਿਤਾ, ਭੈਣ, ਭਰਾ। ਸਾਡੇ ਆਮ ਸਟੇਜਾਂ 'ਤੇ ਕਹੀ ਜਾਣਗੇ ਬਾਣੀ 'ਚ ਲਿਖਿਆ ਜੀ ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲ ਹੈ। ਇੱਥੇ ਤਨ ਦੇ ਕੁਟੰਬ ਦੀ ਗੱਲ ਨਹੀਂ ਹੋ ਰਹੀ, ਇੱਥੇ ਮਨ ਦੇ ਕੁਟੰਬ ਦੀ ਗੱਲ ਹੋ ਰਹੀ ਹੈ। ਜਿਹੜੇ ਗੁਰੂ ਅਮਰਦਾਸ ਜੀ ਇਹ ਪੌੜੀ ਉਚਾਰਨ ਕਰ ਰਹੇ ਨੇ, ਉਹਨਾਂ ਦੇ ਆਪਣੇ 2 ਪੁੱਤਰ ਨੇ, ਆਪਣਾ ਪਰਿਵਾਰ ਹੈ ਉਹਨਾਂ ਦਾ। ਉਹ ਆਪ ਗ੍ਰਸਤੀ ਨੇ, ਤੇ ਇੱਕ ਗ੍ਰਸਤੀ ਗੁਰੂ ਕਹੇਗਾ ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ। 10 ਪਾਤਸ਼ਾਹੀਆਂ 'ਚੋਂ ਸਵਾਏ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਦੇ 9 ਦੀਆਂ 9 ਪਾਤਸ਼ਾਹੀਆਂ ਗ੍ਰਸਤੀ ਉਹਨਾਂ ਦੇ ਸਾਹਿਬਜ਼ਾਦੇ ਹੋਏ। ਅੱਗੇ ਸਾਡੇ ਇੱਦਾਂ ਕਹਿਣਗੇ ਇਹ ਕੁਟੰਬ ਤੂੰ ਜੇ ਦੇਖਦਾ, ਤੇ ਬੰਦਾ ਕਾਹੀਂ ਕਹਿੰਦਾ ਲਓ ਜੀ ਹੁਣ ਬੱਚੇ ਵਿਆਹ 'ਤੇ ਆ, ਪੋਤਰੇ ਪੋਤਰੀਆਂ ਵਿਆਹ 'ਤੇ ਆ, ਚਲੋ ਹੁਣ ਧਰਮ ਕਮਾ ਲਈਏ ਥੋੜ੍ਹਾ ਜਿਹਾ। ਇਹਦਾ ਮਤਲਬ ਬਾਣੀ 'ਚ ਇਹ ਲਿਖਿਆ ਕਿ ਤੂੰ ਆਪਣੇ ਪਰਿਵਾਰ 'ਚ ਧਰਮ ਨਹੀਂ ਕਮਾ ਸਕਦਾ? ਤੂੰ ਆਪਣੀਆਂ ਪਰਿਵਾਰ, ਇਹ ਵੀ ਤਾਂ ਇੱਕ ਸੇਵਾ ਹੈ ਆਪਣੇ ਬੱਚਿਆਂ ਦੀ, ਆਪਣੇ ਪਰਿਵਾਰ ਵਿੱਚ ਰਹਿ ਕੇ। ਜਦੋਂ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਤਿਹਾਸ ਪੜ੍ਹਦੇ ਹਾਂ, ਇਹ ਕਲੇਜਾ ਬਾਹਰ ਨੂੰ ਨਹੀਂ ਆਉਂਦਾ। ਜਦੋਂ ਚਮਕੌਰ ਸਾਹਿਬ ਦੀ ਗੜੀ ਦੀ ਗੱਲ ਆਉਂਦੀ ਹੈ, ਜੇ ਉੱਥੇ ਗ੍ਰਸਤੀ ਨਾ ਹੁੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਸਾਹਿਬ ਦੀ ਗੜੀ 'ਚੋਂ ਨਿਕਲਦੇ, ਤੇ ਕਿਸੇ ਨੇ ਕਹਿਣਾ ਸੀ ਆਪਣੇ ਨਹੀਂ ਸੀ ਨਾ, ਕਿਸੇ ਦਾ ਛੱਡ ਕੇ ਲੰਘ ਗਿਆ ਇੱਦਾਂ। ਪਰ ਆਪਣੇ ਸਾਹਿਬਜ਼ਾਦਿਆਂ ਦੀਆਂ ਲਾਸ਼ਾਂ ਦੇ ਲਾਗੋਂ ਦੀ ਲੰਘੇ। ਅਰਦਾਸ ਦੇ ਦੂਜੇ ਪਹਿਰੇ ਜਦੋਂ ਸ਼ਬਦ ਆਉਂਦਾ 5 ਪਿਆਰਿਆਂ 4 ਸਾਹਿਬਜ਼ਾਦਿਆਂ, ਕਦੀ ਸੋਚ ਕੇ ਵੇਖਿਆ ਐਡਾ ਕੀਮਤੀ ਖਜ਼ਾਨਾ ਇਹਨਾਂ ਦੇ ਸੰਪਟ ਲੱਗ ਰਹੇ ਨੇ, ਇਹਨਾਂ ਦੀਆਂ ਕੋਤਰੀਆਂ ਹੋਈ ਜਾਂਦੀਆਂ ਨੇ। ਅਸੀਂ ਇਸ ਗੱਲ 'ਤੇ ਲੜ ਰਹੇ ਹਾਂ, ਮੈਂ ਨਾਰੀਅਲ ਰੱਖਣਾ ਹੈ, ਮੈਂ ਘੜਾ ਰੱਖਣਾ ਹੈ, ਤੂੰ ਇੱਦਾਂ ਕਰਤਾ। ਕਦੀ ਬੈਠ ਕੇ ਸਮਝਣ ਤੇ ਵਿਚਾਰਨ ਦਾ ਯਤਨ ਕੀਤਾ ਹੈ?
एडा कीमती खजाना गुरु ग्रंथ साहिब महाराज जी की बाणी का, तो 15-15, 20-20, 30-30 इक्के दरबार हाल में अखंड पाठ। ये दंदियां नहीं चढ़ाइया जा रही एडे महान सतगुर के खजाने नूं। बोलो प्यारिओ, ये दंदियां नहीं चढ़ाइया जा रही कि महाराज तुसी एडा कीमती खजाना बख्शिश किया असीं करां। ते कमाल की गल, पाठ कराउण वाला किते होर बैठा है ते कराया किते होर जा रहा है। फिर अभी कहने साडे बच्चे इस बन्ने आउंदे नहीं जी, साडे बच्चे किद्दां आउण बई। उन्होंने पखंड लगता है। लॉजिक नाल गल समझाओगे तो उन्होंने गल समझ विच आउणी है। प्रकरण है, तुसीं कदी गुरबाणी नूं ध्यान ना पढ़िओ। मेरी बेनती हाथ जोड़ के हर स्टेज ते एक बेनती करदा, जदों शब्द पढ़दे हो च रहाओ दा बंद। रहाओ दा अर्थ है ठहर, रुक। जे नहीं शब्द समझ आया रहाओ दी पंक्ति नूं पढ़। रहाओ की पंक्ति को खोलने लिए फिर पहला बंद पढ़, फिर दूजा पढ़, फिर तीजा पढ़, फिर चौथा पढ़। अच्छा कई बारी फिर भी समझ नहीं आती, तुसी वो तो अगला शब्द पढ़ लो, एक पिछला शब्द पढ़ लो। इक्के इक्के विषय नाल 4-4, 5-5 अंक भी गुरु साहब जी ने इकट्ठे उच्चारण किए हैं, ताकि सानू किते भुलेखा ना रह जाए। पर जिन्ने बाकी कामां वास्ते असीं किन्नी मेहनत करते हैं, किन्नी मुशक्कत करते हैं, ज़्यादा नहीं 10 मिनट 15 मिनट अज ना एक दिन नहीं कढ़िया, दूजे दिन कढ़ लो। जिस दिन असीं अपने लिए गुरबाणी पढ़नी शुरू, अजे पढ़ी जा रही है, पता काहदे लई? पुत्र प्राप्ति लई, कारोबार सैट कर ली, पक्के होने लई, पुत्र का विआह हो जाए, कारोबार सैट हो जाए। मैं इन्ने पाठ करांगा, मेरे घर बेटियां ने, मेरे घर बेटा होएगा, पुत्र होएगा। पाठ पढ़े जा रहे हैं। अगले कहते ठीक है जी, पढ़ो, तगड़े होके पाठ करो। वो किन्ने दिन पढ़नगे भला जी? कई कहने इन्ने बहाने ना भाई साहब बाणी पढ़ने दे, तुहानूं की प्रॉब्लम है? मैं कहा कोई प्रॉब्लम नहीं सानू। प्रॉब्लम तो यह है कि 40 दिन पढ़ने ने, पुत्र होने तक पढ़ने ने, तो बाद में उच्ची हुण तुसीं बोलो, बाद में पोथी गुरुद्वारा साहब कई घरां में तुसीं वेखिआ बुजुर्ग दादे परदादे बाणी पढ़ते होंदे आ, ते जदों चढ़ाई कर जांदे फिर वो पोथी नूं गुरुद्वारे दे आउंदे भी घर च साढ़े को पोथी सांभी नहीं जानी, साढ़े परदादा जी साड़ी दादी जी बाणी पढ़ते होंदे सी। मैं ना वो चंगा गुरुद्वारे का ग्रंथी पूछे भी पापा जी की जमीन भी हैगी कोई? बोलो कोई 2-4 किले वो भी दे जो भाई सानू, पोथी सानू फड़ा गया, जमीन जायदाद अपनी। खलोते कित्थे आपां? हुण गुरु अमरदास महाराज कहते ये कुटंब गल मन की हो रही है। प्रकरण वेखो उत्ते, मन का कुटंब हो रहा है, तन का कुटंब हो रहा है। हुण मन का कुटंब किहड़ा है? सुनियो हुण ध्यान नाल। बूढ़ा वंश कबीर का, हुण कबीर का किहड़ा वंश जिहड़ा डुब गया सी? बूढ़ा वंश कबीर का उपजो पूत कमाल। अच्छा संप्रदाय जो इस लोक की व्याख्या करते पता करते हैं, एक बाबे कबीर के घर पुत्र पैदा होया जिहदा नाम सी कमाल। सासन जी एक पुत्र पैदा होया जिहदा नाम सी कमाल। वो रब का नाम छड्ड के ते घर ले आया माल। लवा को सतनाम श्री ओ भरियो, गल उत्थे मन दी हो रही है। बूढ़ा वंश कबीर का, कबीर जी कहते ने मेरा वंश डुब गया। केड़ा वंश? मन का टब्बर, मन की फैमिली, अखां कन नासां, मेरे कर्म इंद्रे, मेरे ज्ञान इंद्रे, टब्बर मन का वा। ये डुब गया मेरा मन दा सारा टब्बर ही। कदों? उपजियो पूत कमाल। मन रूपी इहो जिहा कमाल का पुत्र पैदा होया। हर का सिमरन छाड़ के सच इकट्ठा करन दी बजाए घर ले आया माल। 2 नंबर की कमाई, क्योंकि मन मैला सब कुछ मैला। जो मन पुत्र ही मैला हो गया तो बाकी टब्बर ने तो मैले होना ही होना सी। घर का मुखी मैला हो गया, मन मैला सब कुछ मैला। जो मन मैला होया अखां मैलियां होइयां कि नहीं होइयां? बोलो साध संगत जी, आड़ियां अखां ने ना धी नूं भी इदां ही वेंदियां वा। धी दी उम्र की पराई औरत नूं भी उदां ही वेंदियां ने, पर अंदरों मन कहंदा वा ये तेरी बेटी है, ये तेरी बेटी नहीं। तो फिर समझाउण की लोड़ मन नूं आ। मन समझ गया, अखां ने अपने आप ही समझ आना है। खेड़ सारी मन दी है। मैला मन वा, धोई तन जाना तू। जिन्नियां बाहरों चुब्बियां मारी जाना उन्ना मन मैला होर हुंदा जांदा है।
ਤਾਂ ਹੀ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਕਹਿਣਾ ਪਿਆ ਸੀ, ਤੀਰਥ ਵਰਤ ਅਰ ਦਾਨ ਕਰ ਮਨ ਮੈਂ ਧਰੈ ਗੁਮਾਨ, ਨਾਨਕ ਨੇਫਲ ਜਾ ਤੇ ਜਿਉ ਕੁੰਚਰ। ਕਿੰਨੀਆਂ ਰੀਝਾਂ ਨਾਲ ਨਹਾਤਾ ਹਾਥੀ, ਪਰ ਆਪੇ ਚਿੱਕੜ ਆਪਣੇ ਮੁੜ ਕੇ ਸਿਰ 'ਚ ਪਾ ਲਿਆ ਉਹਨੇ। ਹੁਣ ਇੱਥੇ ਕਿਹਾ ਬੂਢਾ ਬੰਸ ਕਬੀਰ ਕਾ, ਕਬੀਰ ਦਾ ਬੰਸ ਡੁੱਬ ਗਿਆ, ਤਨ ਦਾ ਟੱਬਰ ਨਹੀਂ ਮਨ ਦਾ ਟੱਬਰ। ਇਸੇ ਨੂੰ ਆਖਿਆ ਸੀ ਦੀਨ ਦਿਆਲ ਭਰੋਸਾ ਤੇਰਾ ਸਭ ਪਰਿਵਾਰ, ਮੈਂ ਆਪਣੇ ਮਨ ਦਾ ਸਾਰਾ ਟੱਬਰ ਹੀ ਨਾ ਤੇਰੇ ਬੇੜੇ ਚਾੜ ਦਿੱਤਾ ਹੀ। ਹੁਣ ਇਸ ਨੂੰ ਬਾਣੀ 'ਚ ਟਾਂਡਾ ਵੀ ਆਖਿਆ, ਘਟ ਅਵ ਘਟ ਡੂੰਗਰ ਘਣਾ ਇੱਕ ਨਿਰਗੁਣ ਬੈਲ ਹਮਾਰ। ਰਮਈਏ ਸਿਓ ਇੱਕ ਬੇਨਤੀ, ਮੇਰੀ ਪੂੰਜੀ ਰਾਖ ਮਰਾਰ। ਹੁਣ ਕਿੰਨੇ ਪਿਆਰੇ ਸ਼ਬਦ ਕਹਿ, ਘਟ ਅਵ ਘਟ ਡੂੰਗਰ ਘਣਾ। ਘਟ ਕਹਿੰਦੇ ਰਸਤੇ ਨੂੰ, ਅਵ ਘਟ ਕਹਿੰਦੇ ਔਖੇ ਰਸਤੇ ਨੂੰ, ਡੂੰਗਰ ਕਹਿੰਦੇ ਪਹਾੜੀ ਰਸਤੇ ਨੂੰ। ਤਿੰਨ ਗੱਲਾਂ ਆ ਗਈਆਂ, ਘਟ ਰਸਤਾ, ਅਵ ਘਟ ਔਖਾ ਰਸਤਾ, ਡੂੰਗਰ ਪਹਾੜੀ ਰਸਤਾ, ਇੱਕ ਨਿਰਗੁਣ ਬੈਲ ਹਮਾਰ। ਮੇਰੇ ਕੋਲ ਇੱਕ ਬਲਦ ਹੈ ਜਿਹ 'ਚ ਗੋਣੀ ਕੋਈ ਨਹੀਂ। ਰਮਈਏ ਸਿਓ ਇੱਕ ਬੇਨਤੀ, ਮੇਰੀ ਪੂੰਜੀ ਰਾਖ ਮੁਰਾਦ। ਅੱਛਾ ਮਨ ਬਲਦ ਹੈ ਤੇ ਟਾਂਡਾ ਕੀ ਆ, ਗੱਡਾ ਕੀ ਆ, ਸਾਡਾ ਤਨ, ਸਾਡੀ ਬੋਡੀ। ਹੁਣ ਤੁਹਾਨੂੰ ਗੁਰਦੁਆਰੇ ਕੌਣ ਲੈ ਕੇ ਆਇਆ ਭਲਾ? ਮਨ। ਜਦੋਂ ਮਨ ਕਹਿੰਦਾ ਅਸੀਂ ਚੱਲੀਏ ਤੇ ਮਗਰ ਟਾਂਡਾ ਤੁਰ ਪਿਆ। ਗੱਡਾ ਟਾਂਡਾ ਮੀਨਿੰਗ ਸਾਡਾ ਸਰੀਰ, ਪੈਰ ਵੀ ਤੁਰ ਪਏ, ਅੱਖਾਂ ਵੀ ਆ ਗਈਆਂ, ਸਰੀਰ ਸਾਰਾ ਆ ਗਿਆ। ਤੇ ਜਦੋਂ ਮਨ ਰੂਪੀ ਬਲਦ ਕਹੂਗਾ ਉੱਠ ਚੱਲੀਏ, ਤੇ ਟਾਂਡਾ ਰਹਿ ਜੂ ਇੱਥੇ, ਗੱਡਾ ਰਹਿ ਜੂ? ਬੋਲੋ ਸਾਧ ਸੰਗਤ ਜੀ, ਨਹੀਂ ਰਹਿਣਾ ਨਾ, ਗੱਡੇ ਵੀ ਨਾਲ ਹੀ ਤੁਰ ਪੈਣਾ। ਇਹਦਾ ਮਤਲਬ ਸਾਰੀ ਗੱਲ ਬੰਦੇ ਦੇ ਮਨ ਦੀ ਗੁਰੂ ਸਾਹਿਬ ਜੀ ਨੇ ਬਾਣੀ 'ਚ ਬਾਰ-ਬਾਰ ਕੀਤੀ ਹੈ। ਇੱਥੇ ਹੁਣ ਸਮਝਾਇਆ ਹੈ, ਬੂਢਾ ਬੰਸ ਕਬੀਰ ਕਾ ਉਪਜਿਓ ਪੂਤ ਕਮਾਲ, ਹਰ ਕਾ ਸਿਮਰਨ ਛੱਡ ਕੇ ਘਰ ਲੈ ਆਇਆ ਮਾਲ। ਇਹ ਕੁਟੰਬ ਤੂੰ ਜੇ ਦੇਖਦਾ ਪਿਆਰਿਆ ਮਨਾ, ਆ ਜਿਹੜਾ ਟੱਬਰ ਹੈ ਨਾ, ਅੱਖਾਂ ਕੰਨ ਨਾਸਾਂ ਜ਼ਬਾਨ, ਇਹਨਾਂ ਦੇ ਪਿੱਛੇ ਲੱਗ ਲੱਗ ਕੇ ਪੁੱਠੇ ਕੰਮ ਕਰੀ ਜਾਂਦਾ ਤੂੰ। ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾ ਹੀ ਤੇਰਾ। ਹੁਣ ਸਾਰਾ ਸਮਾਨ ਲੋ ਇਕੱਠਾ ਕਰ ਲਿਆ, ਦੁਖੀ ਕੌਣ ਹੁੰਦਾ ਭਲਾ? ਉੱਚੀ ਬੋਲੋ। ਅੱਜ ਮੇਰਾ ਮਨ ਬੜਾ ਦੁਖੀ ਆ, ਕਹਿੰਦਾ ਇਹਨੇ ਤੇਰੇ ਨਾਲ ਨਹੀਂ ਤੁਰਨਾ, ਦੁਖੀ ਤੈਨੂੰ ਹੋਣਾ ਪੈਣਾ ਮੁੜ ਕੇ। ਅੱਖਾਂ ਗਲਤ ਵੇਖਦੀਆਂ, ਕੰਨ ਗਲਤ ਸੁਣਦੇ ਨੇ। ਬੰਦਾ ਜ਼ਿੰਦਗੀ 'ਚ ਬੇਈਮਾਨੀ ਦੀ ਕਮਾਈ ਕਰਕੇ ਸਭ ਕੁਝ ਇਕੱਠਾ ਕਰ ਲੈ, ਪਰ ਅੱਜ ਮਨ ਆਵਾਜ਼ ਆ ਰਿਹਾ ਨਾ, ਮਨ ਅੰਦਰੋਂ ਅਪਸੈਟ ਆ ਨਾ, ਮਨ ਖਿਜਿਆ ਪਿਆ ਨਾ। ਕਹਿੰਦੇ ਦੱਸ ਉਹ ਕਿੱਥੇ? ਉਦੋਂ ਸਾਹੇ ਕਿਆ ਨਿਸ਼ਾਨੀ? ਉਦਮ ਦੀ ਕੀ ਨਿਸ਼ਾਨੀ ਆ ਬਈ? ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਤੋਟ ਨਾ ਆਵੇ ਅੰਨੀ। ਅੰਨ ਦੀ ਕਦੀ ਤੋਟ ਨਹੀਂ ਆਉਂਦੀ ਬੰਦੇ ਕੋਲ ਜਦੋਂ ਬੰਦਾ ਸਰੀਰਕ ਤੌਰ 'ਤੇ ਉਦਮ ਕਰਦਾ, ਪਰ ਉਦਮ ਕਰਨ ਤੋਂ ਬਾਅਦ ਵੀ ਉਦੋਸੀ ਘਰੇ ਹੀ ਉੱਠੀ। ਬਾਹਰੋਂ ਮੰਨ ਲਓ ਤੇਰੇ ਕੋਲ ਅੰਨ ਧਨ ਦੇ ਭੰਡਾਰ ਭਰੇ ਪਏ ਨੇ, ਉਦਾਸੀ ਅਜੇ ਵੀ ਘਰੇ ਪਈ ਆ। ਉਦਾਸੀ ਤਾਂ ਨਿਕਲੀ ਨਹੀਂ ਨਾ, ਮਨ ਕਰਕੇ ਤੇ ਅਜੇ ਵੀ ਉਦਾਸ ਆ। ਕਿਉਂ? ਕਿਉਂਕਿ 37 ਰੰਨੀ ਘਰੇ ਸਿਆਪਾ। ਜਿਹੜੀਆਂ 7 ਰੰਨਾਂ ਸੀ ਨਾ ਅੰਦਰ, ਜਿਹੜੀਆਂ ਅੱਖਾਂ ਕੰਨ ਨਾਸਾਂ, ਇਹ ਸਿਆਪਾ ਹੀ ਹੈ ਨਾ। ਅੱਖਾਂ ਕਿੱਦਾਂ ਸਿਆਪਾ ਪਾਉਂਦੀਆਂ? ਜਦੋਂ ਕੋਈ ਤੁਹਾਡਾ ਗਵਾਂਢੀ ਕੋਈ ਤਰੱਕੀ ਕਰਦਾ, ਕੋਈ ਰਿਸ਼ਤੇਦਾਰ ਤਰੱਕੀ ਕਰਦਾ, ਕੰਨਾਂ ਨਾਲ ਗੱਲ ਸੁਣਾਉਂਦਾ ਤੁਹਾਨੂੰ। ਮੰਨ ਲਓ ਦੋ ਗੱਲਾਂ ਹੋ ਗਈਆਂ। ਮੰਨ ਲਓ ਤੁਹਾਡੇ ਕਿਸੇ ਰਿਸ਼ਤੇਦਾਰ ਨੇ ਦੂਰ ਤੁਹਾਡੇ ਤੋਂ ਹਜ਼ਾਰਾਂ ਮੀਲ ਦੂਰ ਬੈਠਾ, ਉਹਨੇ ਕੋਈ ਕਾਰੋਬਾਰ ਲਿਆ, ਕੋਈ ਬਿਜ਼ਨਸ ਲਿਆ, ਤੁਹਾਨੂੰ ਫੋਨ ਰਾਹੀਂ ਉਹਨੇ ਦੱਸਤਾ, ਤੇ ਤੁਸੀਂ ਅੱਗਿਓਂ ਵਧਾਈ ਵੀ ਦਿੱਤੀ। ਕਿਉਂ ਸਾਧ ਸੰਗਤ ਜੀ ਬੋਲ ਕੇ ਦੱਸਿਓ। ਤੇ ਜੇ ਤਾਂ ਤੁਸੀਂ ਹੋ ਗਏ ਚੰਗੇ, ਬਹੁਤ ਵਧੀਆ ਇਨਸਾਨ, ਤੇ ਫਿਰ ਕਹੋਗੇ ਸ਼ੁਕਰ ਹੈ ਸਾਡੇ ਭਰਾ ਨੇ ਵੀ ਕਾਰੋਬਾਰ ਲਿਆ, ਸ਼ੁਕਰ ਹੈ ਬੱਚੇ ਬਿਜ਼ਨਸ ਵਾਲੇ ਬੰਨੇ ਤੁਰੇ, ਸ਼ੁਕਰ ਹੈ ਭਾਈ ਰੋਟੀ ਚੰਗੀ ਖਾਣਗੇ। ਤੇ ਜੇ ਨਾ ਹੋਏ ਚੰਗੇ ਫਿਰ ਕਹਿਣਾ ਪਤਾ ਨਹੀਂ ਕਿੱਥੋਂ ਬਣਾਈ ਜਾਂਦੇ, ਸਾਡੇ ਕੋਲ ਤਾਂ ਪਹਿਲਾਂ ਨਹੀਂ ਲੱਥਣ ਡਿਆ। ਉੱਚੀ ਬੋਲੋ ਹੁਣ ਭਾਈ। ਇਹ ਕੀ ਆ? 37 ਰੰਨੀ ਕਾਰੋਬਾਰ ਲਿਆ ਉਹਨਾਂ ਨੇ, ਉਹ ਇੱਥੇ ਨਾਂ ਲੈ ਦੇਣਾ ਸ਼ਿਕਾਗੋ ਵਾਲੇ ਬੰਨੇ, ਤੇ ਨੀਂਦ ਮੈਨੂੰ ਕੈਲੀਫੋਰਨੀਆ ਨਹੀਂ ਆ ਰਹੀ। ਮੰਨ ਲਓ ਕਾਰੋਬਾਰ ਲਿਆ ਕੈਲੀਫੋਰਨੀਆ ਦੇ ਏਰੀਏ 'ਚ, ਤੇ ਨੀਂਦ ਰਿਸ਼ਤੇਦਾਰ ਨੂੰ ਕੈਨੇਡਾ ਅਮਰੀਕਾ ਕਿਸੇ ਕੰਟਰੀ ਲਾ ਲਓ, ਪੰਜਾਬ ਲਾ ਲਓ, ਤੁਸੀਂ ਜਿੱਥੇ ਮਰਜ਼ੀ ਲਾ ਲਓ, ਜੋੜ ਘਟਾਓ ਆਪੇ ਕਰ ਲਿਓ। ਨੀਂਦ ਨਹੀਂ ਆ ਰਹੀ, ਸਿਆਪਾ ਪੈ ਗਿਆ ਕਿ ਨਹੀਂ ਪੈ ਗਿਆ? ਅੱਛਾ ਇਹ ਤਾਂ ਹੋ ਗਿਆ ਕੰਨ ਰਾਹੀਂ ਸੁਣਾਇਆ। ਕਈ ਵਾਰੀ ਆਪਾਂ ਅੱਖੀਂ ਵੇਖ ਲੈਂਦੇ ਹਾਂ, ਕਿਸੇ ਦਾ ਕਾਰੋਬਾਰ ਵੇਖਿਆ, ਕਿਸੇ ਦੀ ਕੋਈ ਤਰੱਕੀ ਵੇਖੀ, ਅੱਖਾਂ ਨਾਲ ਵੇਖ ਲਈ, ਤੇ ਵੇਖ ਕੇ
ਕਈ ਵਾਰੀ ਬੰਦੇ ਦੇ ਅੱਖਾਂ 'ਚ ਅਥਰੂ ਜੇ ਨਹੀਂ ਆ ਜਾਂਦੇ, ਪਤਾ ਨਹੀਂ ਹੁੰਦੇ ਖੁਸ਼ੀ ਦੇ ਆਏ ਕਿ ਹੌਕਾ ਨਿਕਲ ਗਿਆ ਬੰਦੇ ਦਾ। ਉਹੀ ਇਹ ਆ ਸੱਤੀ ਰੰਨੀ, ਉੱਚੀ ਬੋਲੋ ਭਾਈ, ਘਰੇ ਸਿਆਪਾ। ਇਹ ਕਿਹੜੀ ਬਾਣੀ ਆ? ਸ਼ਲੋਕ ਵਾਰਾਂ ਤੇ ਵਧੀਕ। ਇਹ ਤੁਹਾਡੇ ਸਾਹਮਣੇ ਆ, ਸੱਤੀ ਰੰਨੀ ਘਰੇ ਸਿਆਪਾ, ਰੋਵਣ ਕੂੜੀ ਕੰਮੀ। ਅੱਛਾ, ਇਹ ਸਿਆਪਾ ਕਈ ਵਾਰੀ ਕਿਤੇ ਲੈ ਸਾਡੇ ਘਰ ਉਹਨਾਂ ਸਿਆਪਾ ਪਾਤਾ, ਆਹ ਸਿਆਪਾ ਤੇ ਆਪੇ ਪਾਇਆ। ਕਿਸੇ ਦਾ ਕਾਰੋਬਾਰ ਵੇਖ ਕੇ ਖੁਸ਼ ਹੋ ਜਾਓ, ਸਿਆਪਾ ਮੁੱਕ ਜੂ। ਅਸੀਂ ਆਪ ਦੁਖੀ ਹੋ ਕੇ ਆਪਣੇ ਆਪ ਆਵਾਜ਼ਾਰ ਹੋਏ ਨਾ। ਅੱਜ ਜਿਹੜੀਆਂ ਬਹੁਤੀਆਂ ਬਿਮਾਰੀਆਂ ਲੱਗੀਆਂ ਨਾ ਬੰਦੇ ਨੂੰ, ਅੱਜ ਇਹ ਪੁੱਠਾ ਸੋਚਣ ਨਾਲ ਲੱਗੀਆਂ ਨੇ। ਕੈਮੀਕਲ ਬਣ ਰਿਹਾ ਬੰਦੇ ਅੰਦਰ, ਪੁੱਠਾ ਸੋਚ ਰਿਹਾ ਹੈ, ਪੁੱਠੀਆਂ ਵਿਚਾਰਾਂ ਦਿਮਾਗ 'ਚ ਆ ਰਹੀਆਂ ਨੇ। ਨਾਨਕ ਭਗਤਾਂ ਸਦਾ ਵਿਕਾਸੋ। ਖੇੜਾ ਕਿੱਥੇ ਗਿਆ? ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ। ਪਿਆਰਿਆ ਮਨਾ, ਆੜਾ ਕੁਟੰਬ ਤੂੰ ਨਾਲ ਜਿਨ੍ਹਾਂ ਨੇ ਤੇਰੇ ਘਰ 'ਚ ਸਿਆਪਾ ਪਾਇਆ ਪਿਆ, ਇਹਨੇ ਤੇਰੇ ਕੰਮ ਨਹੀਂ ਆਉਣਾ। ਇਹ ਕੁਟੰਬ ਤੂੰ ਜੇ ਦੇਖਦਾ, ਤੇ ਸਾਨੂੰ ਪਤਾ ਕੀ ਦੱਸਿਆ ਗਿਆ? ਆੜਾ ਟੱਬਰ ਵੇਖਦਾ ਪਿਆ ਨਾ ਭਾਈ, ਤੇ ਇਸੇ ਕਰਕੇ ਲੱਗਦਾ ਬਹੁਤਿਆਂ ਨੇ ਵਿਆਹ, ਉੱਚੀ ਬੋਲੋ ਹੁਣ ਭਾਈ, ਉਹਦੇ ਸਿਆਪੇ 'ਚ ਕਿਉਂ ਪੈਣਾ ਵੀ ਵਿਆਹ ਕਰਾਓ ਹੀ ਨਾ। ਤੁਸੀਂ ਵੇਖੋ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਪਹਿਲਾਂ, ਗੁਰੂ ਨਾਨਕ ਸਾਹਿਬ ਖੁਦ ਗ੍ਰਸਤੀ, ਜਦੋਂ ਸੁਲਤਾਨਪੁਰ ਦੀ ਧਰਤੀ ਤੋਂ ਗੁਰੂ ਨਾਨਕ ਸਾਹਿਬ ਪਹਿਲੇ ਪ੍ਰਚਾਰ ਦੌਰੇ ਤੇ ਤੁਰੇ ਨੇ, ਉਦੋਂ ਤੱਕ ਦੋਨਾਂ ਸਾਹਿਬਜ਼ਾਦਿਆਂ ਦਾ, ਸ੍ਰੀ ਚੰਦ ਤੇ ਲਖਮੀ ਦਾਸ ਦਾ ਜਨਮ ਹੋ ਚੁੱਕਾ ਵਾ। ਜਿੱਦਣ ਬਾਬਾ ਲਹਿਣਾ ਜੀ ਨੂੰ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਗੁਰਿਆਈ ਦੀ ਜ਼ਿੰਮੇਵਾਰੀ ਦਿੱਤੀ ਆ, ਗੁਰੂ ਅੰਗਦ ਸਾਹਿਬ ਨੂੰ ਇਹ ਨਹੀਂ ਕਿਹਾ ਗਿਆ ਕਿ ਤੁਸੀਂ ਆਪਣੇ ਪਰਿਵਾਰ ਕੋਲ ਨਹੀਂ ਜਾਣਾ, ਸਗੋਂ ਭੇਜੇ ਖਡੂਰ ਸਾਹਿਬ ਉਹਨਾਂ ਨੂੰ, ਪਰਿਵਾਰ 'ਚ ਭੇਜਿਆ। ਜਿੱਦਣ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਇਹ ਜ਼ਿੰਮੇਵਾਰੀ ਦਿੱਤੀ, ਇਹ ਨਹੀਂ ਕਿਹਾ ਗਿਆ ਆਪਣਾ ਪਰਿਵਾਰ ਛੱਡ ਦਿਓ, ਤੇ ਇੱਥੇ ਕਿਸੇ ਡੇਰੇ ਦਾ ਮੁਖੀ ਬਣਨਾ ਹੋਵੇ ਤੇ ਹੁਣ ਖਾਲੀ ਤਾਂ ਤੁਸੀਂ ਭਰੋ। ਉੱਚੀ ਬੋਲੋ ਭਾਈ। ਪਹਿਲੀ ਗੱਲ ਤੇ ਵਿਆਹ ਕਰਾਉਣਾ ਨਹੀਂ, ਜੇ ਕਰਾਇਆ ਉਹਨੂੰ ਕਹਿਣਾ ਤੂੰ ਅੱਜ ਤੋਂ ਬਾਅਦ ਆਪਣਾ ਟੱਬਰ ਛੱਡ ਦੇ। ਤੇ ਅਸੀਂ ਰਾਹਗੀਰ ਕਾਹਦੇ ਹਾਂ? ਗੁਰੂ ਨਾਨਕ ਸਾਹਿਬ ਦੇ। ਇੱਥੋਂ ਤਾਂ ਗੱਲ ਸ਼ੁਰੂ ਹੋ ਗਈ। ਜੋਗ ਨਾ ਭਗਵੀ ਕਪੜੀ, ਜੋਗ ਨਾ ਮੈਲੇ ਵੇਸ, ਨਾਨਕ ਘਰ ਬੈਠਿਆਂ ਜੋਗ ਪਾਈਐ, ਸਤਿਗੁਰ ਕਾ ਉਪਦੇਸ਼। ਜੋਗ ਨਾ ਭਗਵੀ ਕਪੜੀ, ਜੋਗ ਨਾ ਮੈਲੇ। ਜੋਗ ਦਾ ਅਰਥ ਹੈ ਮਿਲਾਪ। ਜੋਗ ਦਾ ਅਰਥ ਕੀ ਜੀ? ਮਿਲਾਪ। ਜੋਗ ਨਾ ਭਗਵੀਂ, ਭਗਵੇਂ ਰੰਗ ਦੇ ਗੇਰੂਏ ਰੰਗ ਦੇ ਕੱਪੜੇ ਪਾਇਆ ਵੀ ਮਿਲਾਪ ਨਹੀਂ ਹੋਣਾ ਭਾਈ। ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਵਾਕ ਹੈ। ਇਹ ਜਦੋਂ ਸ਼ਬਦ ਪੜ੍ਹੇ ਜਾਂਦੇ ਆ ਨਾ, ਉਦੋਂ ਪਾਠ ਮੂੰਹ 'ਚ ਕਰਾਇਆ ਜਾਂਦਾ ਵੀ ਕਿਤੇ ਕਿਸੇ ਦੇ ਕੰਨਾਂ 'ਚ ਤੋਕ ਪੈ ਨਾ ਜਾਵੇ। ਵੀ ਜੇ ਤੋਕ ਕੰਨਾਂ 'ਚ ਪੈ ਗਈ ਤੇ ਇਹਨਾਂ ਦਾ ਧਿਆਨ ਸਾਡੇ ਬਾਬੇ ਦੇ ਚੋਲੇ ਵੱਲ ਚੱਲ ਜਾਣਾ ਵੀ ਭਗਵਾਂ ਤਾਂ ਸਾਡਾ ਬਾਬਾ ਵੀ ਪਾਈ ਫਿਰਦਾ। ਜੋਗ ਨਾ ਭਗਵੀ ਕਪੜੀ, ਉੱਚੀ ਬੋਲੋ ਹੁਣ, ਕੱਢੋ ਜੀ। ਜੋਗ ਨਾ ਭਗਵੀ ਕਪੜੀ, ਜੋਗ ਨਾ ਮੈਲੇ ਵੇਸ, ਨਾਨਕ ਘਰ ਬੈਠਿਆਂ ਜੋਗ ਪਾਈਐ। ਤੁਹਾਡੇ ਸਾਹਮਣੇ ਦੁਬਾਰਾ ਲਿਆ ਦੋ ਸਕਰੀਨ ਤੇ ਇੱਕ ਵਾਰ। ਜੋਗ ਨਾ ਭਗਵੀ, ਜੋਗ ਨਾ ਮੈਲੇ। ਅੱਛਾ, ਕਈ ਮੈਲੇ ਕਚੈਲੇ ਕੱਪੜੇ ਪਾਈ ਫਿਰਦੇ ਲੋਕਾਂ ਦੇ ਪ੍ਰਭਾਵ ਪਾਉਣ ਲਈ ਵੀ ਸਾਡੇ ਬਾਬਾ ਜੀ ਨਹਾਉਂਦੇ ਹੀ ਨਹੀਂ। ਤੇ ਫਿਰ ਜੇ ਨਾ ਨਹਾਉਣਾ ਬ੍ਰਹਮ ਗਿਆਨ ਤਾਂ ਤੁਸੀਂ ਕਹਿ ਦਿਆ ਕਰੋ ਸਾਡੇ ਘਰ ਵੀ ਇੱਕ ਜਵਾਕ ਹੈਗਾ, ਉਹਨੂੰ ਫੜ ਕੇ ਨਹਾਉਣਾ ਪੈਂਦਾ, ਉਹ ਨਖੱਤਾ ਜੰਮਿਆ ਹੀ ਬ੍ਰਹਮ ਗਿਆਨੀ। ਜੋਗ ਨਾ ਮੈਲੇ ਵੇਸ, ਨਾਨਕ। ਪੜੋ ਸਾਰੇ। ਉਹਦਾ ਘਰ ਬੈਠਿਆਂ, ਉਹਦੇ ਅਰਥ ਪੜੋ ਕੀ ਆ ਭਲਾ ਥੱਲੇ? ਘਰ ਬੈਠਿਆਂ ਦੇ ਅਰਥ ਪੜੋ ਥੱਲੇ। ਗ੍ਰਸਤ ਵਿੱਚ ਰਹਿੰਦੇ ਆ। ਘਰ ਦਾ ਅਰਥ ਕੀ ਆ? ਗ੍ਰਸਤੀ ਦਾ ਘਰ ਹੁੰਦਾ, ਗ੍ਰਸਤੀ ਦਾ ਡੇਰਾ ਨਹੀਂ ਹੁੰਦਾ ਕਦੀ ਵੀ। ਤੇ ਸਾਡਾ ਤਾਂ ਪਿਓ ਗ੍ਰਸਤੀ ਬਈ। ਗੁਰੂ ਨਾਨਕ ਸਾਹਿਬ ਨੇ ਜਦੋਂ ਰੱਬ ਦੀ ਵਿਆਖਿਆ ਕੀਤੀ ਨਾ, ਆਖਿਆ ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ, ਜਿਤ ਬੈ ਸਰਬ ਸੰਭਾਲੇ। ਸਾਡਾ ਤਾਂ ਪਿਓ ਗ੍ਰਸਤੀ ਆ, ਸਾਡਾ ਤਾਂ ਬਾਪੂ ਗ੍ਰਸਤੀ ਆ ਬਈ।
क्योंकि रब गृहस्थी तां ही तो आखा वो दर किहो जिहा, वो घर किहो जिहा जिथे बह के तू सारिਆਂ ਦੀ संभाल करी जाना। साढ़े को तो 5-6 जी नहीं सूत्र आ रहे बई, इन्हां दे नहीं खर्चे पूरे हो रहे। हे रब जी आ सारा संसार ही तेरा टब्बर वा, सो दर तेरा किहा सो घर जित बह सर्व संभाले। तो फिर गल क्लीयर हो गई ना। साढ़े तो प्यो गृहस्थी, तो फिर वो अपने पुत्र नूं किवें प्रवान करूगा कि तू गृहस्थ तो भगौड़ा हो जा। तो तो समझ आ गई ना कि साढ़े 'च शरारत की गई है, साढ़े 'च घुसपैठ की गई है। इहनूं समझण की जरूरत है। कोई मन्ने ना मन्ने, मैनूं पता कईयां नूं ये गल्लां हजम नहीं हुंदियां, पर तुहानूं करनियां पैणियां। अज प्रॉब्लम ये आ तुकां तुहाडे सामने ने। जदों ये शब्द गुरु ग्रंथ साहिब चों पढ़े जाते आ, जिहड़े सिख ने पाठ रखाया हुंदा वो कोल हुंदा ही नहीं। साढ़े तो उदों आउंदे आ, कदों भला जो 2 जाने ताबे पढ़ते, गुण गोबिंद गायो नहीं जन्म अकारथ कीन। ये तो अंदाजा जा ला ले भी रह गया 15-20 मिनटां का काम बस। पंजाब के पिंडां 'च इदां हुंदा सी काम। हुण आम बंदे नूं बाणी नहीं सी पता, उन्हें कहना पुੱਤ किन्ना क रह गया काम, कहता जो 2 जाने पढ़न लग पे समझ लो 20-25 मिनटां का काम रह गया। मैं कई बार सोचदा भी तुसीं विचों शुरू कर दो, 2 बंदे बिठा के, कईयां ने तुर पैना थाली 'च दाने पा के भी भोग पैण लग पिया। ਅਸੀਂ तो इन्ने झल्ले हाँ। इसे करके साढ़े सिर ते लीडरशिप भी गलत बैठी, तो देहधारी बाबे भी साढ़े ते बह गए पखंडी बन के। जो असीं आप बाणी पढ़ांगे, आप समझांगे, कोई पाबंदी थोड़ा तुहाडे ते। तुसीं गुरबाणी नूं समझो, पढ़ो, विचारो। गुरु साहिब जी भावें एक पंक्ति रोज़ पढ़ो, आप विचारो, आप स्वाद लो, आनंद लो गुरबाणी का भी गुरु साहिब की बाणी की कह रही है। ये कुटुंब तू जे देखदा, केड़ा चेता रखियो, केड़ा कुटुंब? मन का कुटुंब है इत्थे, तन का नहीं। तन के कुटुंब बारे तो बाणी आंदी है, ध्यान रख मां का, ध्यान रख प्यो का, ध्यान रख अपनी वाइफ का, बच्चों का। गैर जिम्मेवारी थोड़ा बाणी सिखा रही तेन भी तू गैर जिम्मेवार बन जा। बई जे एक बने बाणी कहती तू गृहस्थ जिम्मेवार बनना, दूजे बने एक कुटुंब तू जे देखदा चले ना ही तेरे नाल, साथ तेरे चले ना ही तिस नाल क्यों चित लाई है? क्यों नहीं चित लाउणा भी अपने बापू नाल? क्यों नहीं चित लाउणा अपनी दादी नाल? उन्हें पैदा किया है, उन्हें माँ ने जम्मिया है, उन्हें जवैन चित चित के मुँह च पाई है, उहदा अद्धा थुक तेरे मुँह च गया है, अज तू मुनकर हो गए। लगता नहीं ना तुकां की गलत व्याख्या कर करके साढ़े दिमाग च ऐसा पाता भी ये तेरे नाल नहीं जाना, भज जा इहनूं छड्ड के, ये कालखी है। हुण बाणी की कह रही है? चलै ना ही तेरे नाले। इत्थे गल मन दे टब्बर दी हो रही है, तन दे टब्बर दी गल नहीं हो रही। असी ना मिलावट कर दी, असी इकट्ठी कर दी गल, असी तन दे ते मन दे टब्बर नूं इकट्ठा करता। मान लो किसी किसी डेरे किसी गुरुद्वारे एक कुटुंब तुझे देखदा दी व्याख्या होवे, चले ना ही तेरे नाले, तो बंदे के दिमाग च यही होना ना हुण बस बच्चे विआह ते हुण मैं डेरे चल जाना पक्का ही, हुण मैं पक्का ही किसी धार्मिक स्थान पर बह जाना जाके, हुण मैनूं अपने परिवार की, क्योंकि बाणी लिखिया चले ना ही तेरे, उच्ची बोलो, चले ना ही तेरे सौ तेरे तिस नाल क्यों क्यों। हुण तुसीं जिन्ने बैठे जे ਜਿਹੜੇ लाइव घरां सुन दस्सिओ, अपने परिवार चित नहीं लाउणा चाहिए, बोल के दस्सिओ। हुण मान लो निआणिਆਂ ਨੂੰ ਬਿਮਾਰ ਹੋਵੇ तो तुसीं अगे पढ़ के सुणा दो, बाणी 'च लिखिया भाई चित नहीं लाउणा, ना 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 ना, बाणी 'च सुन के आया मैं ते चित नहीं लाउणा। जिहड़ी 4 लावां लैके विआह के लैके आया, लाउणा पैना चित तैनूं, परिवार वेखना पैना, जिम्मेवारियां साਂਭਣੀਆਂ पैणीਆਂ ने, ਉਹਦੀ जिम्मेवारी भी है, माँ बाप प्रति भी जिम्मेवारी निभानी पैनी है, बच्चों प्रति, समाज प्रति सोहना समाज बनेगा ना, जीवन खूबसूरत बनेगा ना। चले ना ही तेरे नाले, इत्थे मन दे टब्बर की गल हो रही है, चले ना ही तेरे नाले, साथ तेरे चले ना ही। मन नूं क्या मना, जदों दुखी होना उदों अखां ने दुखी नहीं होना, उदों कन्नां ने दुखी नहीं होना, उदों भुजना तू हाँ। तपत कड़ाहा बुझ गए हो, जिहड़ा अंदर कड़ाहा तपदा सी ना, वो जियो तपत है बारों बार, उदों जी ने तपना। चले ना ही तेरे नाले, साथ तेरा चले तिस नाल क्यों, फिर उहदे नाल चित लाउणा ही क्यों। ऐसा काम मूलेदार समझ दिओ, भुल के भी ना करी, भुल के भी मूले ना खिंचे।
ऐसा काम, कितना प्यारा वचन है, मूले ना कीचै जित। साध संगत जी अज तक कोई बंदा चंगा काम करन तो बाद पछताउंदा वेखिया? चंगे काम करन तो बाद कदी पछतावा नहीं होना। तुसीं अपने किसी दोस्त की हैल्प की पर उन्हें तुहाडी कदर नहीं जानी, तुहानूं फिर भी पछतावा नहीं होना। तुसीं कहना मैं तो अपने वालों चंगा कीता है ना, नहीं उन्हें मुल पाया तो वो जाने, मैं तो अपने वालों गलत नहीं ना कीता। मान लो किसी बच्चे ने माँ बाप की सेवा नहीं की, उन्होंने सारी जिंदगी पछतावा होएगा ना, पर जिन्हें कीती है उन्होंने पछतावा होएगा कोई? मान लो किसी नूह ने, किसी पुत ने माँ बाप की केयर की पर माँ बाप ने कदर नहीं जानी, मान लो एग्जाम्पल है, उन्होंने तो नहीं कोई पछतावा, कहते मैं अपना फर्ज निभाया, उन्हें मुल नहीं पाया तो उन्हें वो जाने, मैं तो अपने ईमानदारी ना जिम्मेवारी निभाई है ना। चंगा काम करन तो बाद कभी भी पछतावा नहीं होंदा। तो बाणी की लिखा ऐसा काम मूले ना कीचे जित अंत पछोताइए। अंत समझते हो? अंत का भाव ये नहीं मरन वेले, अंत का भाव है जेड़े काम करन तो बाद अखीर ते तेनू इदां सिर मारना पे, ओ मना ये की हो गया तेरे को, क्यों किया है काम? जित अंत पछोताइए। फिर की करिए? सतगुरु का उपदेश सुन तू, की सुन? सतगुरु का। अच्छा, गुरु अमरदास जी बैठे आप तो कहते सतगुरु का उपदेश सुनो। महाराज केड़ा कहते? आवो सिख सतगुरु के प्यारे हो, की करो आन के? अच्छा, बैठे आप गाउन ली बाणी कह रहे हैं, तो अजकल देहधारी बाबे की आंदे भला? वो कहते सानू घर सदो, सोफे ते चिट्टी चादर विछाओ, अगे हुण तुसीं बोलो। आ बह जाते सोफे ते घर दे जी कित्थे बहिंदे आ? वो बोलो भाई थले पैरां च। ते गुरु अमरदास जी की आंदे आ, जे आउणा ना ते बाणी गायो, बाणी गायो। बैठे आप आवो सिख सतगुरु के प्यारिओ, गावो बाणी तां गावो। बाणियां सिर बाणी जिनको नदर कर्म होवे, हिरदय तिना समाणी, पीवो अमृत। आ है अमृत जिहड़ा मन ने पीना रोज़। खंडे की पौल एक बारी लई जाती है, मन अमृत रोज़ पींदा। मन ने अमृत रोज़ पीना है। हुण आपां अमृत पी रहे हैं, पाठ के रूप च पीना है। गड्डी चलाउंदे आ, ट्रक चलाउंदे आ, बस चलाउंदे आ, अपने स्टोर ते बैठे आ, जे तुहाडे कंन कोई चंगी गल सुन रहा तो तुसीं कन्नां राहीं अमृत पी रहे हो। पीवो अमृत सदा रहो हर रंग, जपियो सारंग पानी, कहे नानक सदा गावो। महाराज किन्नी देर गाउणी है? कहते सदा गावो, ये सच्ची बाणी, इन्हूं सदा ही गाउणा। सतगुरु का उपदेश सुन तू होवे, सतगुरु का उपदेश तेरे नाल। किहनूं क्या? मानू। ए मन मेरिया तू सदा रहो हर नाले, हर नाल रहो तू मन मेरे दुख। किहनूं क्या? मानू। दुख सब अंगीकार, ओ करे तेरा कारज सब सवारना। हुण गल मन की हो रही है, मन के कारज सवर जाने आ। मन के कारज किहड़े आ? अखां सही वेखण लग पैणगियां, कान सही सुन लग पैणगे, जुबान सही बोलन लग पेगी, पैर सीधे रस्ते तुर लग पैणगे। मन के आपे कारज सवरे गए, फिर मन ने दुखी होना ही नहीं, मन का टब्बर सुधर गया। ये मन मेरिया तू सदा रहो हर नाले, हर नाल रहो तू मन मेरे, दुख सब विसारना, अंगीकार ओ करे तेरा कारज सब सबना गल्लां सो क्यों मनो विसारे। कह नानक मन प्यारे तू सदा रहो। सतगुरु का उपदेश, सारी गल उपदेश ते आउंदी है। सतगुरु का उपदेश सुन तू होवे तेरे नाले, कहे नानक मन प्यारे। वे किन्ने प्यार ना कह रहे महाराज। जिवें ना जो प्यो नूं पुत्त ते प्यार आवे ना, कई कहता आ मेरा प्यारा पुत्त। बाणी च ना जिवें आपां बाप खुश होवे, कई बार अपने पुत्तर नूं लाल कह के नहीं बुलाउंदा, आ मेरा लाल, आ मेरा शेर। इदां बाणी च किहा मेरे लाल भलो रे भलो, भलो हर मंगना, मेरे लाल भलो रे भलो रे
ਭਲੋ ਹਰ ਬੜਾ ਹੀ ਭਲਾ, ਹੇ ਮੇਰੇ ਲਾਲ ਬੜਾ ਹੀ ਭਲਾ, ਬੜਾ ਹੀ ਭਲਾ, ਬੜਾ ਹੀ ਚੰਗਾ। ਕੀ ਰੱਬ ਦੇ ਕੋਲ ਆ ਕੇ ਰੱਬ ਨੂੰ ਹੀ ਮੰਗ ਲੈਣਾ, ਗੁਰੂ ਦੇ ਕੋਲ ਆਣ ਕੇ ਗੁਰੂ ਨੂੰ ਹੀ ਮੰਗ ਲੈਣਾ। ਇਹ ਸਭ ਤੋਂ ਨੇਕ ਕੰਮ ਹੈ ਦੁਨੀਆ ਦਾ। ਜੇ ਤੂੰ ਗੁਰੂ ਕੋਲ ਆਇਆ ਨਾ, ਗੁਰੂ ਕੋਲੋਂ ਨਾ ਮੰਗ, ਗੁਰੂ ਨੂੰ ਮੰਗ ਲਾ। ਹੁਣ ਬੱਚਾ, ਉਹਨੂੰ ਭੁੱਖ ਲੱਗਦੀ ਹੈ, ਉਹ ਮਾਂ ਮੰਗਦਾ, ਉਹਨੂੰ ਪਤਾ ਮਾਂ ਆ ਗਈ, ਦੁੱਧ ਦਾ ਉਹਨੇ ਪ੍ਰਬੰਧ ਆਪੇ ਕਰ ਦੇਣਾ। ਤੂੰ ਪਦਾਰਥ ਮੰਗਦਾ, ਪਦਾਰਥ ਮਿਲ ਜਾਂਦੇ ਨੇ, ਪਿਓ ਫੇਰ ਨਹੀਂ ਮਿਲਦਾ। ਅੱਜ ਜਦੋਂ ਤੇਰੇ ਕੋਲ ਗੁਰੂ ਆਏਗਾ, ਗੁਰੂ ਦੀ ਵਿਚਾਰ ਆਉਣਗੀ, ਫਿਰ ਤੇ ਪਿਆਰਿਆ ਘਰ ਸਧਾਰਨ ਵੀ ਹੋਏਗਾ ਨਾ, ਖੁਸ਼ੀ ਹੋਏਗੀ, ਖੇੜਾ ਹੋਏਗਾ। ਇੱਕ ਬੇਨਤੀ ਅਖੀਰ 'ਤੇ ਕਰਾਂ, ਜਿੱਦਾਂ ਕੁਟੁੰਬ ਦੀ ਗੱਲ ਆਪਾਂ ਕੀਤੀ, ਇੱਦਾਂ ਇੱਕ ਘਰ ਹੈ ਜਿੱਥੇ ਸਾਡਾ ਤਨ ਰਹਿੰਦਾ, ਸਾਡਾ ਟੱਬਰ ਰਹਿੰਦਾ। ਇੱਕ ਮਨ ਦਾ ਵੀ ਘਰ ਵਾ। ਮਨ ਬਾਰੇ ਬਾਣੀ ਪਤਾ ਕੀ ਲਿਖਿਆ? ਮਨ ਦਾ ਘਰ ਬਣਦਾ ਹੀ ਨਹੀਂ ਸਾਰੀ ਜ਼ਿੰਦਗੀ। ਇਹਨੂੰ ਤਾਂ ਲਿਖਿਆ, ਬਾਜ ਥੂਨੀਆਂ ਛਪਰਾ ਥਾਮਿਆ,